ਰਾਗ ਮਾਝ। ਮਾਝ ਮਹੱਲਾ ਪੰਜਵਾਂ। ਚੌਪ ਦੇ ਘਰ ਪਹਿਲਾ, ਪੰਨਾ 96। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਇਹ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਇਹ ਉਸ ਵਕਤ ਦੀ ਬਾਣੀ ਹੈ ਜਦ ਗੁਰੂ ਰਾਮਦਾਸ ਜੀ ਤਾਂ ਅੰਮ੍ਰਿਤਸਰ ਦੇ ਅੰਦਰ ਸਨ, ਆਪ ਲਾਹੌਰ ਦੇ ਵਿੱਚ ਸਨ। ਇਹਨਾਂ ਦੀ ਬਿਆਦਰੀ ਦੇ ਅੰਦਰ ਕੋਈ ਸ਼ਾਦੀ ਸੀ। ਸ਼ਾਦੀ ਵਾਲਿਆਂ ਨੇ ਸੱਦਾ ਭੇਜਿਆ ਗੁਰੂ ਰਾਮਦਾਸ ਵਾਸਤੇ, ਲੇਕਿਨ ਉਹ ਆਪ ਤਾਂ ਜਾ ਨਾ ਸਕੇ। ਇਹਨਾਂ ਨੂੰ ਭੇਜ ਦਿੱਤਾ, ਨਾਲ ਇਹ ਵੀ ਕਹਿ ਦਿੱਤਾ ਕਿ ਜਦ ਤੱਕ ਅਸੀਂ ਨਾ ਸੱਦੀਏ ਉਨਾ ਚਿਰ ਤੂੰ ਆਉਣਾ ਨਹੀਂ। ਹੁਣ ਤੁਹਾਨੂੰ ਪਤਾ ਹੀ ਹੈ ਕਿ ਗੁਰੂ ਦਾ ਹੁਕਮ ਪਾਲਣਾ ਕਿੱਡਾ ਜ਼ਰੂਰੀ ਹੁੰਦਾ ਹੈ, ਕਿਉਂਕਿ ਇਹ ਤਾਂ ਕਮਾਈ ਵਾਲੇ ਜਾਣਦੇ ਹੁੰਦੇ ਹੈ। ਹਜ਼ੂਰ ਕਹਿੰਦੇ ਹੁੰਦੇ ਸੀਗੇ ਕਿ ਜਿਹਨੇ ਮੇਰੇ ਨਾਲ ਪਿਆਰ ਕਰਨਾ ਹੈ ਸਭ ਤੋਂ ਪਹਿਲਾਂ ਉਹ ਮੇਰੀ ਆਗਿਆ ਪਾਲਣ ਕਰੇ। ਹੁਣ ਉਧਰੋਂ ਤਾਂ ਦਿਲ ਦੇ ਅੰਦਰ ਤੜਫ ਹੈ, ਕਿਉਂਕਿ ਰੋਜ਼ ਗੁਰੂ ਦੇ ਦਰਸ਼ਨ ਬਾਹਰੀ ਅਸਤੂਲ ਸਰੀਰ ਦੇ ਕਰਦੇ ਸਨ। ਉਧਰੋਂ ਹੁਕਮ ਹੈ ਕਿ ਜਦ ਮੈਂ ਤੈਨੂੰ ਨਾ ਕਵਾਂ ਤੂੰ ਆਈ ਨਾ। ਉਸ ਵਕਤ ਇਹ ਪੱਤਰ ਲਾਹੌਰ ਤੋਂ ਗੁਰੂ ਅਰਜਨ ਦੇਵ ਨੇ ਸਤਿਗੁਰੂ ਰਾਮਦਾਸ ਨੂੰ ਲਿਖੀ ਸੀ। ਇਸ ਪੱਤਰ ਦੇ ਵਿੱਚ ਆਪ ਆਪਣੇ ਗੁਰੂ ਨੂੰ ਇਹ ਦੱਸ ਦੇਣਾ ਚਾਹੁੰਦੇ ਹੈ ਕਿ ਮੇਰੇ ਦਿਲ ਅੰਦਰ ਇਸ ਤਰ੍ਹਾਂ ਦੀ ਤੜਫ ਹੈ ਕਿ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਗੈਰ ਤੜਫਦੀ ਹੁੰਦੀ ਹੈ, ਕਿਉਂਕਿ ਉਹ ਪਾਣੀ ਦਾ ਜੀਵ ਹੈ। ਚਾਤ੍ਰਿਕ ਜਿਸ ਤਰ੍ਹਾਂ ਸਵਾਂਤੀ ਬੂੰਦ ਨੂੰ ਤੜਫ ਰਿਹਾ ਹੁੰਦਾ ਹੈ, ਕਿਉਂਕਿ ਸਵਾਂਤੀ ਬੂੰਦ ਤੋਂ ਬਗੈਰ ਉਸ ਨੂੰ ਹੋਰ ਦੁਨੀਆ ਦਾ ਪਾਣੀ ਅੱਛਾ ਨਹੀਂ ਲੱਗਦਾ, ਨਾ ਉਹ ਪੀਂਦਾ ਹੀ ਹੈ। ਹਜ਼ਰਤ ਬਾਹੂ ਕਹਿੰਦਾ ਹੈ, ਇਹ ਤਨ ਮੇਰਾ ਚਸ਼ਮਾ ਹੋਵੇ, ਮੈਂ ਮੁਰਸ਼ਿਦ ਦੇਖ ਨਾ ਰੱਜਾਂ ਹੋ। ਲੂ ਲੂ ਦੇ ਮੁੱਢ ਲੱਖ ਲੱਖ ਚਸ਼ਮਾ, ਇੱਕ ਖੋਲਾਂ ਇੱਕ ਕੱਜਾਂ ਹੋ। ਇਤਨਾ ਡਿਠਿਆਂ ਸਬਰ ਨਾ ਆਵੇ, ਮੈਂ ਹੋਰ ਕਿਤੇ ਵੱਲ ਭੱਜਾਂ ਹੋ। ਮੁਰਸ਼ਦ ਦਾ ਦੀਦਾਰ ਬਾਹੂ, ਮੈਨੂੰ ਲੱਖ ਕਰੋੜਾਂ ਹੱਜਾਂ ਹੋ। ਪਲ ਪਲ ਕਰੀਏ ਯਾਦ ਗੁਰੂ ਨੂੰ, ਅੰਦਰ ਚੁੱਪ ਚੁਪਾਤੇ, ਇੱਕ ਗੁਰੂ ਬਿਨ ਦੁਨੀਆ ਅੰਦਰ ਝੂਠੇ ਸਾਰੇ ਨਾਤੇ। ਕਿਉਂਕਿ ਜਿਤਨੇ ਵੀ ਦੁਨੀਆ ਦੇ ਰਿਸ਼ਤੇ ਨਾਤੇ ਹੈ, ਯਾਰ ਦੋਸਤ ਹੈ, ਇਹਨਾਂ ਨੇ ਸਾਡਾ ਅੰਤ ਵੇਲੇ ਸਾਥ ਨਹੀਂ ਦੇਣਾ। ਇਹ ਸਭ ਗਰਜਾਂ ਦਾ ਪਿਆਰ ਕਰਦੇ ਹੈ, ਆਪੋ ਆਪਣੀ ਮਤਲਬ ਦੀ ਖਾਤਰ ਇੱਕ ਦੂਸਰੇ ਨਾਲ ਬੱਝੇ ਹੋਏ ਹੈ। ਲੇਕਿਨ ਸਤਿਗੁਰੂ ਜਿਹੜਾ ਹੈ ਇਹ ਸੱਚਾ ਬੇਲੀ ਹੈ, ਸੱਚਾ ਸਾਥੀ ਹੈ। ਜਿੱਥੇ ਕੋਈ ਵੀ ਸਾਡੀ ਮਦਦ ਨਹੀਂ ਕਰਦਾਗਾ, ਉਹ ਸਤਿਗੁਰੂ ਸੂਰਮਾ ਉਸ ਵਕਤ ਆ ਕੇ ਮਦਦ ਕਰਦਾ ਹੈ। ਜਿਸ ਤਰ੍ਹਾਂ ਦਾ ਪਿਆਰ ਗੁਰੂ ਅਰਜਨ ਦੇਵ ਜੀ ਬਿਆਨ ਕਰਦੇ ਹੈ ਕਿ ਮੇਰੇ ਅੰਦਰ ਇਸ ਤਰ੍ਹਾਂ ਦੀ ਤੜਫ ਉੱਠੀ ਹੈ। ਅਗਰ ਕਿਸੇ ਸੇਵਕ ਦੇ ਅੰਦਰ ਸਤਿਗੁਰੂ ਦੇ ਲਈ ਇਸ ਤਰ੍ਹਾਂ ਦੀ ਤੜਫ ਉੱਠ ਖੜੇ, ਉਸ ਨੂੰ ਕੋਈ ਭਜਨ ਸਿਮਰਨ ਜਾਂ ਰੋਜ਼ ਗੋਡੇ ਅਕੜਾਉਣ ਦੀ ਲੋੜ ਨਹੀਂ, ਕਿਉਂਕਿ ਤੜਫ ਹੀ ਜਿਹੜੀ ਹੈ ਉਹੀ ਸਾਡਾ ਪਰਦਾ ਖੋਲਦੀ ਹੈ। ਤਾਂ ਮਹਾਤਮਾ ਸਾਨੂੰ ਦੱਸਦੇ ਹੈ ਕਿ ਜਿਨ੍ਹਾਂ ਦੇ ਅੰਦਰ ਤੜਫ ਹੁੰਦੀ ਹੈ ਉਹੀ ਭਜਨ ਕਰਦੇ ਹੈ, ਉਹੀ ਸੇਵਾ ਕਰਦੇ ਹੈ, ਉਹੀ ਆਪਣਾ ਆਪ ਆਪਣੇ ਗੁਰੂ ਦੇ ਹੁਕਮ ਦੇ ਉੱਤੋਂ ਵਾਰ ਜਾਂਦੇ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਤ੍ਰਿਖਾ ਨ ਉਤਰੈ ਸਾਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਾਂ ਕੋਲੀ ਜੀਓ ਕੋਲੇ ਕਮਾਏ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਹੁਣ ਕਹਿੰਦਾ ਹੈ ਕਿ ਮੈਂ ਤੇਰੇ ਉੱਤੋਂ ਹੇ ਸਤਿਗੁਰੂ
संत कुर्बान है, बलिहार जाना है, क्योंकि तेरे दर्शना बगैर ਮੈਨੂੰ ਸ਼ਾਂਤੀ ਨਹੀਂ, ਮੈਨੂੰ ਤ੍ਰਿਪਤੀ ਨਹੀਂ। ਮੇਰਾ ਜਿਹੜਾ ਸਰੀਰ ਹੈ ਉਹ ਅੱਗ ਦੀ ਤਰ੍ਹਾਂ ਭੜਕ ਰਿਹਾ ਹੈ, ਤਪ ਰਿਹਾ ਹੈ। ਅਗਰ ਇਸ ਨੂੰ ਕੋਈ ਸ਼ਾਂਤੀ ਹੈ ਤੇ ਤੇਰੇ ਦਰਸ਼ਨਾਂ ਦੀ ਸ਼ਾਂਤੀ ਹੈ। ਫਰੀਦ ਸਾਹਿਬ ਕਹਿੰਦੇ ਆ, ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨਿਉ, ਚੱਲਾਂ ਤਾਂ ਭੀਜੇ ਕੰਬਲੀ ਰਹਾਂ ਤਾਂ ਟੁੱਟੇ ਨਿਉ, ਭੀਜੋ ਸੀਜੋ ਕੰਬਲੀ ਅੱਲਾ ਬਰਸਿਆ ਮਿਉ, ਜਾਏ ਮਿਲਾਂ ਤਿੰਨ ਸੱਜਣਾ ਮੇਰਾ ਟੁੱਟੇ ਨਾਹੀ ਨਿਉ। ਗੁਰੂ ਸਾਹਿਬ ਕਹਿੰਦੇ ਆ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਬਚਾਈ। ਅਗਰ ਕੋਈ ਮੇਰੇ ਪਿਆਰੇ ਨੂੰ ਮਿਲਾ ਦੇਵੇ, ਮੈਂ ਆਪਣੇ ਆਪ ਨੂੰ ਵਿਕਣ ਵਾਸਤੇ ਵੀ ਤਿਆਰ ਹਾਂ। ਸੱਪਾਂ ਵਾੜ ਸਮੁੰਦ ਕਰ, ਸ਼ੇਰਾਂ ਪਏ ਬਕੁੰਨ, ਜੇ ਜਮ ਹੋਵੇ ਪਹਿਰੂ ਪ੍ਰੇਮੀ ਨਾ ਰੁਕੁੰਨ। ਤੇਰਾ ਮੁਖ ਸੁਹਾਵਾ ਜਿਉ ਸਹਿਜ ਤੋਨੇ ਬਾਣੀ, ਚਿਰ ਦੇਖੇ ਸਾਰੰਗ ਪਾਣੀ। ਹੁਣ ਆਪ ਕਹਿੰਦੇ ਐ ਕਿ ਮੈਨੂੰ ਬੜਾ ਚਿਰ ਹੋ ਗਿਆ ਸਤਿਗੁਰੂ ਤੇਰੇ ਸਤਸੰਗ ਦੇ ਵਿੱਚ ਗਏ ਨੂੰ, ਕਿਉਂਕਿ ਆਪ ਲਾਹੌਰ ਦੇ ਅੰਦਰ ਹੈ, ਸਤਸੰਗ ਅੰਮ੍ਰਿਤਸਰ ਦੇ ਵਿੱਚ 30 ਮੀਲ ਪਾਸੇ ਹੋ ਰਿਹਾ ਹੈ। ਕਹਿਣ ਲੱਗੇ, ਚਿਰ ਹੋਆ ਦੇਖੇ ਸਾਰੰਗ ਪਾਣੀ। ਜਿਸ ਤਰ੍ਹਾਂ ਪਪੀਹੇ ਨੂੰ ਪਾਣੀ ਮਿਲੇ ਨੂੰ ਬੜਾ ਚਿਰ ਹੋ ਗਿਆ, ਉਹ ਤੜਫ ਰਿਹਾ ਹੈ, ਇਸ ਤਰ੍ਹਾਂ ਮੈਨੂੰ ਤੇਰਾ ਦਰਸ਼ਨ ਮਿਲੇ ਨੂੰ ਬੜਾ ਵਕਤ ਹੋ ਗਿਆ ਹੈ, ਸਤਸੰਗ ਨਹੀਂ ਮਿਲਿਆ, ਮੈਂ ਤੜਫ ਰਿਹਾ ਹਾਂ। ਤੂੰ ਮੇਰੀ ਆਵਾਜ਼ ਨੂੰ ਸੁਣ, ਮੇਰੇ ਤੇ ਰਹਿਮ ਕਰ ਦਿਆ ਕਰ। ਜਿੰਨਾ ਲੱਗੇ ਪ੍ਰੇਮ ਤਮਾਚੇ, ਘਰ ਦੇ ਕੰਮੋਂ ਗਈਆਂ, ਲੈਣਾ ਦੇਣਾ ਸਭ ਛੁੱਟਿਆ, ਖੂਹ ਵਿੱਚ ਪਈਆਂ ਵਈਆਂ। ਕਾਫ ਕਦਰ ਵਿਛੋੜੇ ਦੀ ਉਹ ਜਾਣੇ, ਜਿਹੜਾ ਵਿਛੜੇ ਆਪਣੇ ਯਾਰ ਕੋਲੋਂ। ਤੰਦਰੁਸਤ ਨੂੰ ਸਾਰ ਕੀ ਦੁਖੜੇ ਦੀ ਦੁੱਖ ਪੁੱਛੀਏ ਕਿਸੇ ਬਿਮਾਰ ਕੋਲੋਂ। ਦੁਨੀਆ ਨੂੰ ਕੀ ਪਤਾ ਹੈ ਕਿ ਗੁਰੂ ਕੀ ਚੀਜ਼ ਹੈ। ਗੁਰੂ ਦਾ ਪਤਾ ਗੁਰੂ ਦੇ ਸੇਵਕਾਂ ਨਹੀਂ ਹੁੰਦਾ ਹੈ। ਜਿਨ੍ਹਾਂ ਦਾ ਪਰਦਾ ਖੁੱਲ ਜਾਂਦਾ ਹੈ, ਉਹਨਾਂ ਨੂੰ ਪਤਾ ਹੈ ਕਿ ਗੁਰੂ ਕੀ ਹਸਤੀ ਹੈ, ਗੁਰੂ ਕੀ ਦਾਤ ਦਿੰਦਾ ਹੈ। ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜਿਉ। ਹਾਂ ਕੋਲੀ ਹਾਂ ਕੋਲ ਘੁਮਾਏ, ਗੁਰ ਸੱਜਣ ਮੀਤ ਮੁਰਾਰੇ ਜਿਉ। ਹੁਣ ਇਤਨੀ ਤੜਫ ਆ ਬਿਆਨ ਕਰਦੇ ਹੈ ਕਿ ਧੰਨ ਉਹ ਪਿੰਡ ਹੈ, ਧੰਨ ਉਹ ਦੇਸ ਹੈ ਜਿਹਦੇ ਵਿੱਚ ਤੂੰ ਰਹਿ ਰਿਹਾ, ਵਸ ਰਿਹਾ ਹੈ, ਔਰ ਧੰਨ ਉਹ ਜੀਵ ਹੈ ਜਿਹੜੇ ਤੇਰਾ ਦਰਸ਼ਨ ਕਰਕੇ ਲਾਭ ਉਠਾ ਰਹੇ ਹੈ। ਸਾ ਧਰਤ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਸੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰੂ ਦੇਖਿਆ ਜਾਏ। ਇੱਕ ਘੜੀ ਨਾ ਮਿਲਤੇ ਤਾਂ ਕਲ ਜੋਗ ਹੋਤਾ, ਹੁਣ ਕਦ ਮਿਲੀਐ ਪਿਰਿਆ ਤੁਧ ਭਗਵੰਤਾ। ਹੁਣ ਆਪ ਦਿਲ ਦੇ ਅੰਦਰ ਐਸੀਆਂ ਤਾਂਘਾਂ ਉਠਾ ਰਹੇ ਹੈ, ਕਹਿੰਦੇ ਅਗਰ ਇੱਕ ਸਕਿੰਟ ਵੀ ਤੇਰਾ ਦਰਸ਼ਨ ਨਾ ਮਿਲਦਾ ਤਾਂ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਘੇਰ ਲੈਂਦਾ ਸੀਗਾ। ਕਿਆ ਕਾਲ ਦੀਆਂ ਜਿੰਨੀਆਂ ਇੰਨੀਆਂ ਤਾਕਤਾਂ ਸੀ ਸਾਡੇ ਉਦਾਲੇ ਹੋ ਜਾਂਦੀਆਂ ਸੀਗੀਆਂ। ਤੇ ਇੱਥੋਂ ਬਗੈਰ ਤੂੰ ਹੀ ਇੱਕ ਦਾਤਾ ਹੈ, ਤੂੰ ਹੀ ਦਿਆਵਾਨ ਹੈ, ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾਉਣ ਵਾਲਾ। ਕਿ ਹੁਣ ਤੂੰ ਮੈਨੂੰ ਕਦੋਂ ਦਰਸ਼ਨ ਦੇਵੇਂਗਾ, ਕਦੋਂ ਆਪਣੇ ਕੋਲੇ ਬੁਲਾਵੇਂਗਾ, ਕਿਉਂਕਿ ਤੇਰੇ ਸੱਦੇ ਬਿਨਾਂ ਤਾਂ ਤੂੰ ਕਿਹਾ ਆਈ ਨਾ। ਇਸ ਵਾਸਤੇ ਦਿਲ ਦੇ ਅੰਦਰ ਤਾਂਘਾਂ ਉੱਠ ਰਹੀਆਂ ਹੈ ਕਿ ਕਿਸ ਤਰ੍ਹਾਂ ਗੁਰੂ ਕੋਲੇ ਬੁਲਾਵੇ, ਕਿਸ ਤਰ੍ਹਾਂ ਦਰਸ਼ਨ ਦੇਵੇ, ਔਰ ਕਿਸ ਤਰ੍ਹਾਂ ਆਤਮਾ ਨੂੰ ਧੀਰ ਜਾਵੇ। ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜਿਉ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਮੈਨੂੰ ਨੀਂਦ ਨਹੀਂ ਆਉਂਦੀਗੀ, ਰਾਤ ਬੀਤਣ ਦੇ ਵਿੱਚ ਨਹੀਂ ਆਉਂਦੀਗੀ, ਕਿਉਂਕਿ ਮੈਨੂੰ ਤੇਰਾ ਦਰਸ਼ਨ ਨਹੀਂ ਮਿਲਦਾਗਾ। ਫਰੀਦ ਸਾਹਿਬ ਕਹਿੰਦੇ ਆ, ਰਾਤਾਂ ਹੋਈਆਂ ਵੱਡੀਆਂ। ਆਪ ਕਹਿਣ ਲੱਗੇ ਕਿ ਰਾਤਾਂ ਵੱਡੀਆਂ ਹੋ ਗਈਆਂ ਹੈ, ਮੈਨੂੰ ਵੀ ਨੀਂਦ ਨਹੀਂ ਆਉਂਦੀਗੀ, ਕਿਉਂਕਿ ਮੈਂ ਸਤਿਗੁਰੂ ਦੇ ਕੋਲੋਂ ਵਿਛੜਿਆ ਹੋਇਆ ਹਾਂ। ਹਜ਼ਰਤ ਬਾਹੂ ਵੀ ਕਹਿੰਦਾ ਹੈ ਕਿ ਰਾਤੀ ਰੱਤੀ ਨੀਂਦ ਨਾ ਆਵੇ, ਦੇਹਾ ਬਹੁਤ ਹੈਰਾਨੀ ਹੋ। ਕਿਆ ਪ੍ਰੇਮੀ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀਗੀ, ਕਿਉਂਕਿ ਵਿਛੋੜਾ ਜਿਹੜਾ ਹੈ ਉਹ ਹੱਡਾਂ ਨੂੰ ਖਾ ਜਾਂਦਾ ਹੈ। ਦਿਨੇ ਬੜਾ ਹੈਰਾਨ ਹੋਇਆ ਫਿਰਦਾ ਹੈ, ਕਿਉਂਕਿ ਕਿਸੇ ਤਰ੍ਹਾਂ ਵੀ ਪ੍ਰੀਤਮ ਦਾ ਦਰਸ਼ਨ ਹੋਵੇ, ਕਿਸੇ ਤਰ੍ਹਾਂ ਹੀ ਪ੍ਰੀਤਮ ਕੋਲੇ ਬੁਲਾਵੇ।
ਜਿਸ ਦੇ ਦਿਲ ਦੇ ਅੰਦਰ ਪ੍ਰੀਤਮ ਦੇ ਮਿਲਣ ਦਾ ਸ਼ੌਕ ਹੁੰਦਾ ਹੈ, ਉਹ ਮਾਲਕ ਦੇ ਮਿਲਿਆ ਹੋਇਆਂ ਸਾਧੂ ਸੰਤਾਂ ਦੇ ਹਾੜੇ ਕੱਢਦਾ ਹੈ ਕਿ ਕਿਸ ਤਰ੍ਹਾਂ ਕੋਈ ਉਸ ਮਾਲਕ ਦੀ ਗੱਲ ਹੀ ਸੁਣਾ ਦੇਵੇ, ਕਿਸ ਤਰ੍ਹਾਂ ਉਸ ਪਰਮਾਤਮਾ ਦਾ, ਉਸ ਪਿਆਰੇ ਦਾ ਕੋਈ ਸੰਦੇਸ਼ ਹੀ ਲਿਆ ਕੇ ਦੇ ਦੇਵੇ। ਮਜਨੂ ਦਾ ਲੇਲਾ ਦੇ ਨਾਲ ਪਿਆਰ ਸੀਗਾ, ਹਾਲਾਂਕਿ ਦੁਨੀਆਦਾਰੀ ਦਾ ਪਿਆਰ ਸੀਗਾ। ਔਰ ਇੱਕ ਦਫਾ ਲੇਲਾ ਦੀ ਤਰਫੋਂ ਹਵਾ ਕਹਿੰਦਾ, ਅਗਰ ਕੋਈ ਮੇਰੀ ਅੱਖ ਵਿੱਚ ਦੀ ਦੇਖੇ ਤਾਂ ਹੀ ਲੇਲਾ ਦੀ ਸੂਰਤ ਦੇ ਸਕਦੀ ਹੈ, ਦੁਨੀਆ ਨੂੰ ਕੀ ਪਤਾ ਉਹ ਕਿਹੇ ਜੀ ਹੈ। ਲੇਲਾ ਬਾਦਸ਼ਾਹ ਦੀ ਲੜਕੀ ਸੀਗੀ, ਮਜਨੂ ਉਹਦੇ ਖਾਤਰ ਫਕੀਰ ਹੋ ਗਿਆ ਸੀਗਾ। ਲੇਲਾ ਨੇ ਹਰ ਦੁਕਾਨ ਦੇ ਉੱਤੇ ਇਹ ਕਹਿ ਦਿੱਤਾ ਕਿ ਮਜਨੂ ਜੋ ਵੀ ਚੀਜ਼ ਮੰਗੇ ਉਸ ਨੂੰ ਦੇ ਦੇਣੀ ਹੈ। ਅਨੇਕਾਂ ਹੀ ਝੂਠੇ ਮਜਨੂ ਬਣ ਕੇ ਬਹਿ ਗਏ। ਲੱਗਿਆ ਸ਼ਹਿਰ ਉਜੜਨ। ਇੱਕ ਦਿਨ ਸਾਰੇ ਸ਼ਹਿਰ ਦੇ ਮਹਾਜਨ ਬਾਦਸ਼ਾਹ ਦੇ ਪਾਸ ਆਏ ਕਿ ਮਜਨੂ ਇੱਕ ਹੈ ਜਾਂ ਅਨੇਕ ਹੈ। ਉਹ ਕਹਿਣ ਲੱਗਿਆ, ਮੈਂ ਲੇਲਾ ਤੋਂ ਪੁੱਛ ਕੇ ਪਤਾ ਕਰ ਦਿੰਨਾ ਹੈ ਕਿ ਮਜਨੂ ਇੱਕ ਹੈ ਜਾਂ ਅਨੇਕ ਹੈ। ਉਹ ਲੇਲਾ ਨੂੰ ਪੁੱਛਣ ਲੱਗਿਆ ਕਿ ਮਜਨੂ ਇੱਕ ਹੈ ਜਾਂ ਬਹੁਤ ਸਾਰੇ ਹੈ। ਉਹ ਕਹਿਣ ਲੱਗੀ ਮਜਨੂ ਤਾਂ ਇੱਕ ਹੀ ਹੈ। ਉਹ ਕਹਿਣ ਲੱਗਿਆ ਕਿ ਸ਼ਹਿਰ ਤਾਂ ਸਾਰਾ ਉਜੜ ਰਿਹਾ ਹੈ। ਉਹ ਕਹਿੰਦੀ ਮੈਂ ਇਸ ਦਾ ਤੁਹਾਨੂੰ ਇੰਤਜ਼ਾਮ ਕਰ ਦਿੰਨੀ ਹੈ। ਲੇਲਾ ਨੇ ਕੀ ਕੀਤਾ, ਇੱਕ ਤਾਂ ਪਿਆਲਾ ਰੱਖ ਦਿੱਤਾ, ਇੱਕ ਉੱਥੇ ਛੁਰੀ ਰੱਖ ਦਿੱਤੀ। ਮਹਾਜਨ ਨੂੰ ਕਹਿ ਦਿੱਤਾ ਜੋ ਵੀ ਮਜਨੂ ਆਵੇ ਉਹਨੂੰ ਇਹ ਕਹਿ ਦੇਣਾ ਕਿ ਲੇਲਾ ਨੂੰ ਜਿਗਰ ਦੀ ਕੁਛ ਜ਼ਰੂਰਤ ਹੈ, ਇਹ ਕੱਟ ਕੇ ਦੇ ਦਿਓ। ਹੁਣ ਜਦੋਂ ਇਹ ਸੁਣਿਆ, ਜਿਹੜੇ ਰੋਜ਼ ਦੇ ਮਜਨੂ ਸਨ ਦੁੱਧ ਪੀਣ ਵਾਲੇ, ਉਹ ਸਾਰੇ ਨੱਸ ਗਏ ਉੱਥੋਂ। ਜਦ ਸੱਚਾ ਮਜਨੂ ਜਿਹੜਾ ਸੀ, ਉਹਦੇ ਕੰਨਾਂ ਦੇ ਵਿੱਚ ਕਿਸੇ ਨੇ ਆਵਾਜ਼ ਪਾਈ ਕਿ ਇਸ ਤਰ੍ਹਾਂ ਤੇਰੇ ਨਾਂ ਦੇ ਉੱਤੇ ਸ਼ਹਿਰ ਲੁੱਟਿਆ ਜਾ ਰਿਹਾ ਸੀਗਾ। ਲੇਲਾ ਨੇ ਇਸ ਤਰ੍ਹਾਂ ਕਿਹਾ। ਉਹਨੂੰ ਖੂਨ ਦੀ ਜ਼ਰੂਰਤ ਸੀ, ਲੇਕਿਨ ਸਭ ਮਜਨੂ ਭੱਜ ਗਏ। ਤੋ ਉਸ ਵੇਲੇ ਮਜਨੂ ਨੇ ਕੀ ਕੀਤਾ, ਆਪਣਾ ਖੂਨ ਜਿਹੜਾ ਸੀਗਾ ਉਹ ਲੇਲਾ ਨੂੰ ਪਿਆਲੇ ਦੇ ਵਿੱਚ ਪਾ ਕੇ ਭੇਜਿਆ। ਤੋ ਮਜਨੂ ਨੂੰ ਲੇਲਾ ਆਪਦੇ ਪਿਤਾ ਨੂੰ ਕਹਿਣ ਲੱਗੀ, ਹਾਂ ਇੱਕ ਇਹ ਮਜਨੂ ਹੈ, ਬਾਕੀ ਜਿਤਨੇ ਸੀ ਉਹ ਸਾਰੇ ਝੂਠੇ ਮਜਨੂ ਸੀਗੇ। ਤੋ ਮਹਾਤਮਾ ਸਾਨੂੰ ਸਮਝਾਉਂਦੇ ਹੈ ਕਿ ਇੱਕ ਝੂਠਾ ਮਜਨੂ ਬਣ ਬੈਠਾ ਸ਼ਹਿਰ ਦੁਆਲੇ ਆ ਕੇ। ਲੇਲੀ ਉਹਨੂੰ ਨਿੱਤ ਭੇਜਦੀ ਖੰਡ ਦੁੱਧ ਵਿੱਚ ਪਾ ਕੇ। ਇੱਕ ਦਿਨ ਲੇਲੀ ਖੂਨ ਮੰਗਿਆ, ਪਿਆਲਾ ਲਿਓ ਭਰਾ ਕੇ। ਚਤਰਦਾਸ ਉਹ ਮੁਨਕਰ ਹੋਇਆ, ਨੱਸ ਗਿਆ ਸ਼ਰਮਾ ਕੇ। ਇਹ ਆਸ਼ਿਕ ਦੁਨੀਆਦਾਰਾਂ ਦੀ ਤਰ੍ਹਾਂ ਜਿਨਸੀ ਸਰਬੰਧ ਨਹੀਂ ਕਰਦੇ ਸਨ, ਇਹ ਸੱਚੇ ਆਸ਼ਿਕ ਸਨ। ਇਹਨਾਂ ਦਾ ਇਹ ਖਿਆਲ ਸੀ ਕਿ ਅਗਰ ਜੇ ਅਸੀਂ ਦੁਨੀਆ ਦੇ ਵਿੱਚ ਹੀ ਕਾਇਮ ਨਹੀਂ ਰਵਾਂਗੇ, ਜੋ ਆਦਮੀ ਮਿੱਟੀ ਦੀ ਔਰਤ ਤੇ ਹੀ ਕਾਇਮ ਨਹੀਂ ਰਹਿ ਸਕਦਾ, ਅੱਗੇ ਜਦੋਂ ਇਹ ਪਰਦਾ ਖੋਲ ਕੇ ਸੂਖਸ਼ਮ ਮੰਡਲ ਦੇ ਵਿੱਚ ਜਾਏਗਾ, ਉੱਥੇ ਨੂਰੀ ਔਰਤਾਂ ਮਿਲਣਗੀਆਂ, ਇਹ ਉੱਥੇ ਡੇਰੇ ਲਾ ਕੇ ਬਹਿ ਜਾਏਗਾ, ਉੱਥੇ ਕਿਵੇਂ ਕਾਇਮ ਰਹੇਗਾ। ਮਹਾਤਮਾ ਜਿਹੜਾ ਸਾਨੂੰ ਇੱਥੇ ਬ੍ਰਹਮਚਾਰੀ ਜੀਵਨ ਬਤੀਤ ਕਰਨ ਦਾ ਹੋਕਾ ਦਿੰਦੇ ਆ, ਜਾਂ ਆਪਣੀ ਔਰਤ ਤੋਂ ਸਿਵਾਏ ਕਿਸੇ ਪਾਸੇ ਨਾ ਜਾਣਾ, ਜਾਂ ਆਪਣੇ ਮਰਦ ਤੋਂ ਸਿਵਾਏ ਕਿਸੇ ਪਾਸੇ ਨਾ ਜਾਣਾ, ਇਹਦਾ ਮਤਲਬ ਹੀ ਇਹ ਹੈ ਕਿ ਜਦੋਂ ਅਸੀਂ ਸੂਖਸ਼ਮ ਦੇਸ਼ ਦੇ ਵਿੱਚ ਜਾਂਦੇ ਹਾਂ, ਉੱਥੇ ਸਵਰਗਾਂ ਦੇ ਵਿੱਚ ਜਾਂਦੇ ਹਾਂ ਔਰਤਾਂ ਵਾਸਤੇ, ਤਾਂ ਉਹ ਨੂਰੀ ਮਰਦ ਪੇਸ਼ ਕਰਦਾ ਹੈ ਕਾਲ, ਔਰ ਮਰਦਾਂ ਵਾਸਤੇ ਨੂਰੀ ਔਰਤਾਂ ਪੇਸ਼ ਕਰਦਾ ਹੈ। ਜੋ ਲੋਕ ਇੱਥੇ ਕਾਇਮ ਨਹੀਂ ਰਹਿੰਦੇ, ਅੱਗੇ ਜਾ ਕੇ ਕਿਸ ਤਰ੍ਹਾਂ ਕਾਇਮ ਰਹਿੰਦੇ ਹੈ। ਮਹਾਤਮਾ ਸਭ ਤੋਂ ਪਹਿਲਾਂ ਇਹ ਜ਼ੋਰ ਦਿੰਦੇ ਹੈ ਕਿ ਪਵਿੱਤਰ ਜੀਵਨ ਹੀ ਸਭ ਤੋਂ ਪਹਿਲਾਂ ਅਸੀਂ ਆਪਣੇ ਜੀਵਨ ਨੂੰ ਪਵਿੱਤਰ ਬਣਾਉਣਾ ਹੈ ਔਰ ਮਨ ਨੂੰ ਸ਼ਾਂਤ ਰੱਖਣਾ ਹੈ। ਪਵਿੱਤਰ ਮਨ ਹੀ ਭਗਤੀ ਕਰ ਸਕਦਾ ਹੈ। ਇਸ ਵਾਸਤੇ ਮਹਾਤਮਾ ਸਾਨੂੰ ਦੱਸਦੇ ਹੈ ਕਿ ਮਤਾ ਇਹ ਦਿਲ ਦੇ ਵਿੱਚ ਖਿਆਲ ਹੋਵੇ ਕਿ ਅਸੀਂ ਵਿਸ਼ੇ ਬਕਾਰ ਭੋਗਦੇ ਹੋਏ ਪ੍ਰਮਾਤਮਾ ਸਾਨੂੰ ਨਾਲ ਮਿਲਾ ਲੇਗਾ। ਇਹ ਤੁਸੀਂ ਦਿਲ 'ਚੋਂ ਹੀ ਖਿਆਲ ਕੱਢ ਦਿਓ, ਜਿਤਨੇ ਵੀ ਅਸੀਂ ਵਿਸ਼ੇ ਬਕਾਰ ਭੋਗਦੇ ਹਾਂ, ਇਹ ਤਾਂ ਅਸੀਂ ਪ੍ਰਮਾਤਮਾ ਨੂੰ ਮਖੌਲ ਕਰ ਰਹੇ ਹਾਂ। ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜਿਉ। ਹਾਂ ਕੋਲੀ ਜਿਉ ਕੋਲ ਕੁਮਾਈ, ਤਿਸ ਸੱਚੇ ਗੁਰ ਦਰਬਾਰੇ ਜਿਉ। ਭਾਗ ਹੁਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸ਼ੀ ਘਰ ਮੈਂ ਪਾਇਆ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਪਰਮਾਤਮਾ ਦੀ ਮਹਿਮਾ ਬਿਆਨ ਕਰਦੇ ਹੈ, ਉਸ ਪਰਮਾਤਮਾ ਦਾ ਧੰਨਵਾਦ ਕਰਦੇ ਹੈ। ਕਹਿਣ ਲੱਗੇ ਕਿ ਸਾਡੇ ਤੇ ਪਰਮਾਤਮਾ ਨੇ ਦਇਆ ਕੀਤੀ, ਮਿਹਰ ਕੀਤੀ ਕਿ ਸਾਨੂੰ ਸੰਤ ਸਤਿਗੁਰੂ ਮਿਲਾਇਆ। ਔਰ ਜਦ ਸੰਤ ਸਤਿਗੁਰੂ ਨੇ ਦਇਆ ਕੀਤੀ, ਉਹਨੇ ਕੀ ਕਿਹਾ ਕਿ ਉਹ ਪਰਮਾਤਮਾ ਜਿਸ ਦੀ ਤੈਨੂੰ ਤਲਾਸ਼ ਹੈ, 24 ਘੰਟੇ ਜਿਹਦੀ ਖਾਤਰ ਤੂੰ ਵਿਲਕ ਰਿਹਾ ਹੈ, ਤੜਫ ਰਿਹਾ ਹੈ, ਉਹ ਕੋਈ ਦੂਰ ਨਹੀਂ, ਉਹ ਤਾਂ ਤੇਰੇ ਸਰੀਰ ਦੇ ਅੰਦਰ ਹੈ, ਤੇਰੀ ਦੇਹ ਔਰ ਵਜੂਦ ਦੇ ਅੰਦਰ ਹੈ।
ਕਬੀਰ ਸਾਹਿਬ ਕਹਿੰਦੇ ਆ, ਜਿਉ ਤਿਲ ਮਾਹੀ ਤੇਲ ਹੈ, ਜਿਉ ਚਖਮਖ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਅਸੀਂ ਕੀ ਕਰਦੇ ਹਾਂ, ਪਰਮਾਤਮਾ ਜਿੱਥੇ ਰਹਿੰਦਾ ਹੈ ਉਸ ਜਗ੍ਹਾ ਤੋਂ ਉਸ ਨੂੰ ਢੂੰਡਦੇ ਨਹੀਂ, ਉਸ ਜਗ੍ਹਾ ਭਾਲਦੇ ਨਹੀਂ। ਅਸੀਂ ਬਾਹਰ ਮੁਖੀ ਹੋ ਜਾਂਦੇ ਹਾਂ, ਕਰਮਕਾਂਡ ਦੇ ਵਿੱਚ ਉਲਝ ਜਾਂਦੇ ਹਾਂ। ਕਿਆ ਬਾਹਰ ਉਸ ਪਰਮਾਤਮਾ ਨੂੰ ਪੱਥਰਾਂ 'ਚ, ਪਾਣੀਆਂ 'ਚ, ਕਾਗਜ਼ਾਂ 'ਚ ਭਾਲਦੇ ਹਾਂ। ਯੂਸਫ ਦੇ ਭਰਾਵਾਂ ਨੇ ਦੇਖਿਆ ਕਿ ਇਹ ਹੋਣਹਾਰ ਲੜਕਾ ਹੈ, ਅੱਛਾ ਹੈ, ਸਿਆਣਾ ਹੈ। ਅਗਰ ਇਹ ਸਾਡੇ ਕੋਲ ਰਿਹਾ, ਸਾਡਾ ਮਾਨ ਤਾਨ ਨਹੀਂ ਹੋਏਗਾ, ਸਭ ਲੋਕ ਇਸ ਨੂੰ ਮੰਨਣਗੇ। ਉਸ ਨੂੰ ਇੱਕ ਖੂਹ ਦੇ ਵਿੱਚ ਸਿੱਟ ਦਿੱਤਾ। ਮਿਛਰ ਦੇ ਸੌਦਾਗਰ ਜਾ ਰਹੇ ਸੀਗੇ, ਉਹਨਾਂ ਨੇ ਦੇਖਿਆ ਕੋਈ ਇਨਸਾਨ ਦਾ ਬੱਚਾ ਖੂਹ ਦੇ ਵਿੱਚ ਡਿੱਗਿਆ ਪਿਆ ਹੈ। ਉਹਨਾਂ ਨੇ ਰਹਿਮ ਖਾ ਕੇ ਯੂਸਫ ਨੂੰ ਖੂਹ ਦੇ ਵਿੱਚੋਂ ਕੱਢ ਲਿਆ ਔਰ ਮਿਛਰ ਦੇ ਬਾਦਸ਼ਾਹ ਨੂੰ ਜਾ ਕੇ ਵੇਚ ਦਿੱਤਾ। ਉਸ ਨੇ ਉਸ ਨੂੰ ਆਪਣੇ ਮਹੱਲ ਦੇ ਵਿੱਚ ਸੇਵਾਦਾਰ ਦੇ ਤੌਰ ਦੇ ਉੱਤੇ ਰੱਖਿਆ। ਹੁਣ ਯੂਸਫ ਬੜਾ ਸੋਹਣਾ ਸੀਗਾ, ਬੜਾ ਅੱਛਾ ਕਾਬਲ ਸੀਗਾ। ਜਿਹੜੀ ਜ਼ੁਲੇਖਾ ਸੀ, ਉਹ ਮਿਛਰ ਦੇ ਬਾਦਸ਼ਾਹ ਦੀ ਬੇਗਮ ਸੀ। ਉਸ ਦੇ ਉੱਤੇ ਬੇਈਮਾਨ ਹੋ ਗਈ। ਉਸ ਨੇ ਇੱਕ ਦਿਨ ਕਈ ਮਕਾਨਾਂ ਦੇ ਅੰਦਰ ਉਹਨੂੰ ਸੱਦਿਆ। ਜਦ ਯੂਸਫ ਨੂੰ ਅੰਦਰ ਸੱਦਿਆ, ਉੱਥੇ ਉਹਨੇ ਖੋਟਾ ਖਿਆਲ ਪ੍ਰਗਟ ਕੀਤਾ। ਹੁਣ ਯੂਸਫ ਸੋਚਦਾ ਹੈ ਕਿ ਅਗਰ ਮੈਂ ਇਹਦੇ ਆਖੇ ਲੱਗ ਗਿਆ ਤਾਂ ਮੇਰਾ ਧਰਮ ਚਲਿਆ ਜਾਏਗਾ, ਅਗਰ ਮੈਂ ਨਾ ਇਸ ਦੇ ਆਖੇ ਲੱਗਿਆ ਤਾਂ ਇਹ ਮੇਰੇ ਤੇ ਝੂਠਾ ਕੇਸ ਬਣਾ ਦੇਗੀ, ਮੈਨੂੰ ਇਹ ਕਤਲ ਕਰਾ ਦੇਗੀ। ਅਜੇ ਯੂਸਫ ਸੋਚ ਹੀ ਰਿਹਾ ਸੀਗਾ, ਜ਼ੁਲੇਖਾ ਉੱਥੇ ਇੱਕ ਪੱਥਰ ਦੀ ਮੂਰਤੀ ਪਈ ਸੀ ਜਿਸ ਨੂੰ ਉਹ ਮੰਨਦੀ ਹੁੰਦੀ ਸੀ, ਉਹਦੇ ਉੱਤੇ ਕੱਪੜਾ ਪਾਉਣ ਲੱਗੀ। ਯੂਸਫ ਕਹਿਣ ਲੱਗਿਆ, ਇਹ ਕੀ? ਉਹ ਕਹਿਣ ਲੱਗੀ, ਇਹ ਮੇਰਾ ਮਹਿਮੂਦ ਹੈ, ਮੈਂ ਇਸ ਨੂੰ ਮੰਨਦੀ ਹੁੰਨੀ ਆ, ਆਪਾਂ ਹੁਣ ਮੰਦ ਕਰਮ ਕਰਾਂਗੇ, ਇਹ ਦੇਖੇਗਾ। ਯੂਸਫ ਕਹਿਣ ਲੱਗਿਆ ਕਿ ਤੂੰ ਤਾਂ ਇੱਕ ਪੱਥਰ ਤੋਂ ਡਰਦੀ ਹੈ ਕਿ ਇਹ ਦੇਖੇਗਾ। ਜਿਹੜਾ ਮੇਰਾ ਪਰਮਾਤਮਾ ਹੈ ਉਹ ਤਾਂ ਹਰ ਜਗ੍ਹਾ ਦੇਖਦਾ ਹੈ, ਮੇਰੇ ਅੰਦਰ ਬੈਠਾ ਹੈ। ਯੂਸਫ ਇੰਨੀ ਕਹਿੰਦਿਆਂ ਭੱਜ ਤੁਰਿਆ। ਉਹਨੇ ਪਿੱਛੋਂ ਕੁੜਤਾ ਫੜਿਆ ਔਰ ਕੁੜਤਾ ਜਿਹੜਾ ਸੀਗਾ ਉਹ ਫਟ ਗਿਆ। ਲੇਕਿਨ ਉਹ ਆਪਦੇ ਕਰਮ ਕਮਾਉਣ ਦੇ ਵਿੱਚ, ਮੰਦ ਕਰਮ ਕਮਾਉਣ ਦੇ ਵਿੱਚ ਕਾਮਯਾਬ ਨਾ ਹੋਈ। ਆਖਰ ਉਹ ਪੈ ਗਈ। ਬਾਹਰੋਂ ਬਾਦਸ਼ਾਹ ਆਇਆ, ਉਹ ਪੁੱਛਣ ਲੱਗਿਆ, ਕੀ ਗੱਲ ਤੂੰ ਪਈ ਹੈ? ਉਹ ਕਹਿਣ ਲੱਗੀ, ਮੈਂ ਕੀ ਦੱਸਾਂ ਕਿ ਯੂਸਫ ਨੇ ਮੇਰੀ ਬੇਇੱਜ਼ਤੀ ਕਰ ਦਿੱਤੀ ਹੈ। ਹੁਣ ਬਾਦਸ਼ਾਹ ਉਹਨਾਂ ਦਿਨਾਂ ਦੇ ਵਿੱਚ ਬੜੇ ਅੱਛੇ ਨਿਆਂ ਕਰਦੇ ਹੁੰਦੇ ਸੀ, ਸਜ਼ਾ ਵੀ ਬੜੀਆਂ ਕਰੜੀਆਂ ਹੁੰਦੀਆਂ ਸੀਗੀਆਂ। ਅਹਿਲਕਾਰਾਂ ਨੂੰ ਸੱਦਿਆ ਕਿ ਯੂਸਫ ਨੇ ਆਹ ਕੰਮ ਕੀਤਾ ਹੈ। ਹੁਣ ਅਹਿਲਕਾਰ ਕਹਿਣ ਲੱਗੇ ਕਿ ਦੇਖੋ ਜੀ, ਜੇ ਤਾਂ ਕੁੜਤਾ ਅੱਗੋਂ ਪਾਟਿਆ ਹੈ ਤਾਂ ਯੂਸਫ ਝੂਠਾ ਹੈ, ਅਗਰ ਪਿੱਛੋਂ ਪਾਟਿਆ ਹੈ ਤੇ ਜ਼ੁਲੇਖਾ ਝੂਠੀ ਹੈ। ਜਦ ਯੂਸਫ ਨੂੰ ਸੱਦਿਆ, ਯੂਸਫ ਨੇ ਪਹਿਲਾਂ ਤਾਂ ਸਾਰੀ ਕਹਾਣੀ ਸੁਣਾਈ। ਫਿਰ ਜਦ ਦੇਖਿਆ ਕੁੜਤਾ ਪਿੱਛੋਂ ਫਟਿਆ ਹੋਇਆ ਸੀਗਾ। ਸੋ ਕਹਿਣ ਦਾ ਭਾਵ ਇਹ ਕਿ ਜਿਹੜੇ ਮਾਲਕ ਦੇ ਪਿਆਰੇ ਹੈ ਉਹਨਾਂ ਨੂੰ ਹਰ ਜਗ੍ਹਾ ਪਰਮਾਤਮਾ ਦਿਸਦਾ ਹੈ, ਉਹ ਪਰਮਾਤਮਾ ਤੋਂ ਡਰਦੇ ਹੈ। ਅਸੀਂ ਦੁਨੀਆਦਾਰ ਪੱਥਰਾਂ ਤੋਂ ਡਰਦੇ ਹਾਂ। ਸਾਨੂੰ ਪਤਾ ਹੀ ਹੈ, ਅਗਰ ਅਸੀਂ ਲੈਂਪ ਜਗਾਉਣਾ ਹੋਵੇ, ਉਹਦੇ ਵਿੱਚ ਤੇਲ ਹੋਵੇ, ਬੱਤੀ ਹੋਵੇ, ਚਿਮਨੀ ਵਗੈਰਾ ਠੀਕ ਹੋਵੇ, ਪਹਿਲਾਂ ਤਿਆਰ ਕੀਤੀ ਹੋਵੇ, ਜਦ ਵੀ ਲੋੜ ਪਵੇ ਸਿਰਫ ਇੱਕ ਤੀਲੀ ਘਸਾਉਣ ਦੀ ਜ਼ਰੂਰਤ ਹੈ। ਅਗਰ ਇਸ ਦੇ ਉਲਟ ਕੋਈ ਲੈਂਪ, ਉਹਦੀ ਚਿਮਨੀ ਕਿਤੇ ਹੋਵੇ, ਬੱਤੀ ਵੀ ਨਾ ਹੋਵੇ, ਤੇਲ ਵੀ ਨਾ ਹੋਵੇ, ਤੁਹਾਨੂੰ ਪਤਾ ਹੀ ਹੈ ਕਿ ਉਸ ਨੂੰ ਜਗਾਉਣ ਤੇ ਪਹਿਲਾਂ ਵਕਤ ਲੱਗਦਾ ਹੈ। ਇਸੇ ਤਰ੍ਹਾਂ ਜਿਸ ਦੇ ਅੰਦਰ ਸੱਚੀ ਤੜਫ ਹੈ ਔਰ ਜ਼ਿੰਦਗੀ ਬੜੀ ਸੱਚੀ ਸੁੱਚੀ ਹੈ, ਉਹ ਗੁਰੂ ਦੇ ਮਿਲਣ ਤੋਂ ਪਹਿਲਾਂ ਹੀ ਪਰਮਾਤਮਾ ਅੱਗੇ ਹਾੜੇ ਕੱਢਦਾ ਹੈ ਕਿ ਮੈਨੂੰ ਐਸਾ ਗੁਰੂ ਮਿਲਾ ਕਿ ਜਿਹੜਾ ਤੈਨੂੰ ਮਿਲਾ ਸਕੇ। ਸਾਨੂੰ ਪਤਾ ਹੀ ਹੈ ਕਿ ਐਸੀ ਆਤਮਾ ਗੁਰੂ ਦੇ ਕੋਲੇ ਜਾਣੀ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਖੁਸ਼ਕ ਬਰੂਦ ਨੂੰ ਅੱਗ ਦੇ ਨੇੜੇ ਕਰ ਦਈਏ। तो ਆਪ ਕਹਿੰਦੇ ਆ, ਭਾਗ ਹੋਇਆ ਗੁਰੂ ਸੰਤ ਮਿਲਾਇਆ, ਪ੍ਰਭ ਅਬਨਾਸ਼ੀ ਘਰ ਮੇ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਅੱਛਾ, हाँ भाई। ਮਿਲੋ ਕਿਰਪਾਲ ਪਿਆਰਿਆ, ਤੈਨੂੰ ਦਿਲ ਦਾ ਹਾਲ ਸੁਣਾ। ਮਿਲੋ ਕਿਰਪਾਲ ਪਿਆਰਿਆ, ਤੈਨੂੰ ਦਿਲ ਦਾ ਹਾਲ ਸੁਣਾਵਾਂ। ਦੁੱਖਾਂ ਵਿੱਚ ਪੈ ਗਈ ਜਿੰਦੜੀ, ਤੈਥੋਂ ਬਿਨਾ ਸ਼ਾਂਤ ਨਾ ਹੋਈ। ਬਿਰਹੋਂ ਦੇ ਤੀਰ ਅੱਜ ਦੇ ਤੇਰੀ ਯਾਦ ਆਏ ਤਾਂ ਦਿਲ ਰੋਵੇ।
ਦੁੱਖਾਂ ਵਿੱਚ ਪੈ ਗਈ ਜਿੰਦੜੀ, ਤੈਥੋਂ ਬਿਨਾ ਸ਼ਾਂਤ ਨਾ ਹੋਏ। ਬਿਰਹੋਂ ਦੇ ਤੀਰ ਵੱਜਦੇ, ਤੇਰੀ ਯਾਦ ਆਏ ਤਾਂ ਦਿਲ ਰੋਏ। ਤੈਥੋਂ ਬਿਨਾ ਮੇਰਾ ਕੋਈ ਨਾ, ਜਿਹਨੂੰ ਦਿਲ ਦਾ ਭੇਦ ਬਤਾਵਾਂ। ਮਿਲੋ ਕਿਰਪਾਲ ਪਿਆਰਿਆ, ਤੈਨੂੰ ਦਿਲ ਦਾ ਹਾਲ ਸੁਣਾਵਾਂ। ਉਹ ਪਰਮ ਪਿਤਾ ਕਿਰਪਾਲ ਮਹਾਨ ਸੀ, ਉਸ ਦੀ ਮਹਿਮਾ ਬਿਆਨ ਨਹੀਂ ਕਰੀ ਜਾ ਸਕਦੀ। ਕਿ ਜਿਤਨੇ ਵੀ ਸੰਤ ਮਹਾਤਮਾ ਇਸ ਸੰਸਾਰ ਮੰਡਲ ਤੇ ਆਏ, ਸਭ ਨੇ ਆਪਣੇ ਗੁਰੂ ਦੀ ਯਾਦ ਵਿੱਚ ਬੜੇ ਹੀ ਸ਼ਬਦ, ਦੋੜੇ, ਗੀਤ ਲਿਖੇ, ਲੇਕਿਨ ਉਸ ਅਥਾਹ ਸਮੁੰਦਰ ਦਾ ਫਿਰ ਵੀ ਉਹ ਪਾਰ ਨਾ ਪਾ ਸਕੇ। ਸਹਿਜੋ ਬਾਈ ਨੇ ਕਿਹਾ ਸੀ, ਅਗਰ ਮੈਂ 7 ਸਮੁੰਦਰਾਂ ਦੀ ਸ਼ਾਹੀ ਬਣਾ ਲਵਾਂ ਔਰ ਸਾਰੀ ਧਰਤੀ ਦਾ ਕਾਗਜ਼ ਬਣਾ ਲਵਾਂ, ਸਭ ਬਨਸਪਤੀ ਦੀ ਅਗਰ ਮੈਂ ਕਲਮਾ ਬਣਾ ਲਵਾਂ, ਫਿਰ ਵੀ ਗੁਰੂ ਦੀ ਮਹਿਮਾ ਅਗਰ ਲਿਖਣ ਬੈਠਾਂ, ਮੈਂ ਲਿਖ ਨਹੀਂ ਸਕਦੀ, ਕਿਉਂਕਿ ਉਹ ਮਹਾਨ ਤਾਕਤ ਹੈ, ਉਹ ਮਹਿਮਾ ਤੋਂ ਬਾਹਰ ਹੁੰਦਾ ਹੈ। ਗੁਰੂ ਦੀ ਤਾਕਤ ਦਾ, ਗੁਰੂ ਦੇ ਪਿਆਰ ਦਾ ਜਦ ਤੱਕ ਅਸੀਂ ਬਾਹਰ ਬੈਠੇ ਹਾਂ, ਸਾਨੂੰ ਨਹੀਂ ਪਤਾ ਲੱਗਦਾਗਾ ਕਿ ਉਹ ਕਿਤਨੀ ਦਇਆ, ਕਿਤਨੀ ਪਿਆਰ ਜਾਂ ਹਮਦਰਦੀ ਆਤਮਾ ਵਾਸਤੇ ਲਿਆਉਂਦਾ ਹੈ। ਜੋ ਆਤਮਾ ਅੰਦਰ ਜਾਂਦੀਆਂ ਹੈ, ਉਹਦੇ ਧਾਮ ਤੇ ਪਹੁੰਚ ਜਾਂਦੀਆਂ ਹੈ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਗੁਰੂ ਕਿਸ ਚੀਜ਼ ਦਾ ਮਾਲਕ ਹੈ, ਕਿਤਨੀ ਉਹ ਦਇਆ ਲੈ ਕੇ ਆਉਂਦਾ ਹੈ। ਪਹੁੰਚੀਆਂ ਹੋਈਆਂ ਆਤਮਾ ਨੇ ਆਪਣੇ ਗੁਰੂ ਦੀ ਬਿਰਹੋਂ ਦੇ ਅੰਦਰ 8 ਬਾਰਿਆਂ ਦੇ ਅੰਦਰ ਜਾਂ 12 ਮਾਸਿਆਂ ਦੇ ਅੰਦਰ ਆਪਣੇ ਗੁਰੂ ਨੂੰ ਬੜੇ ਪਿਆਰ ਦੇ ਨਾਲ ਯਾਦ ਕੀਤਾ ਹੈ। ਆਪ ਦੇ ਅੱਗੇ ਸਵਾਮੀ ਜੀ ਮਹਾਰਾਜ ਦਾ ਸ਼ਬਦ ਰੱਖਿਆ ਜਾਂਦਾ ਹੈ। ਪੰਜਾਬ ਅੰਦਰ ਹਾੜ ਬਿਕਰਮੀ ਜੋ ਹੈ ਹਿੰਦੁਸਤਾਨ ਦੇ ਵਿੱਚ, ਉਹ ਚੇਤ ਤੋਂ ਸ਼ੁਰੂ ਹੁੰਦਾ ਹੈ। ਯੂਪੀ ਦੇ ਅੰਦਰ ਹਾੜ ਤੋਂ ਸ਼ੁਰੂ ਹੁੰਦਾ ਹੈ। ਤੋਂ ਇਹ ਕੱਤਕ ਦਾ ਮਹੀਨਾ ਉਹਨਾਂ ਦਾ ਤੁਹਾਡੇ ਅੱਗੇ ਰੱਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਉਹ ਅੰਦਰ ਦਾ ਹਾਲ ਬਿਆਨ ਕਰਦੇ ਹੈ। ਇਸ ਸ਼ਬਦ ਦੇ ਅੰਦਰ ਸਵਾਮੀ ਜੀ ਕੋਸ਼ਿਸ਼ ਕਰਦੇ ਹੈ ਸਾਨੂੰ ਸਮਝਾਉਣ ਦੀ, ਵਦਾਂਤ, ਜੋਗ ਮਤ ਔਰ ਸੰਤ ਮਤ ਦਾ ਮੁਕਾਬਲਾ ਕਰਕੇ, ਔਰ ਅੰਦਰਲੇ ਕਮਲਾਂ ਦਾ, ਅੰਦਰਲੇ ਮੰਡਲਾਂ ਦਾ ਬੜਾ ਖੋਲ ਕੇ ਵਿਸਤਾਰ ਨਾਲ ਸਾਨੂੰ ਦੱਸਣ ਦੀ ਕਿਰਪਾ ਕਰਨਗੇ। ਹਾਂ। कार्तिक मास 5वां, वर्णन कमलों का अंदर काया के और बढ़ाई संत मते की। कार्तिक मास 5वां चला, सुरत शब्द गुर चेला मिला। कार्तिक मास 5वां चला, सुरत शब्द गुर चेला मिला। ਆਪ ਪਿਆਰ ਨਾਲ ਦੱਸਦੇ ਹੈ ਕਿ ਜਦ ਪਰਮਾਤਮਾ ਕਿਸੇ ਨੂੰ ਤਾਰਨਾ ਚਾਹੁੰਦਾ ਹੈ, ਉਹ ਇਨਸਾਨ ਬਣ ਕੇ ਉਸ ਦੇ ਕੋਲੇ ਆਉਂਦਾ ਹੈ। ਸਿਰਫ ਇਨਸਾਨਾਂ ਦਾ ਚੋਲਾ ਇਸ ਵਾਸਤੇ ਤਾਰਦਾ ਹੈ ਕਿ ਗਾਈਆਂ ਮੱਝਾਂ ਸਾਨੂੰ ਉਪਦੇਸ਼ ਨਹੀਂ ਕਰ ਸਕਦੀਆਂ, ਪਸ਼ੂ ਪੰਛੀਆਂ ਦੀ ਅਸੀਂ ਬੋਲੀ ਨਹੀਂ ਸਮਝ ਸਕਦੇ। ਅਗਰ ਉਹ ਦੇਵਤਾ ਜਾਂ ਫਰਿਸ਼ਤਾ ਬਣ ਕੇ ਆਉਂਦਾ, ਅਸੀਂ ਉਸ ਨੂੰ ਦੇਖ ਨਾ ਸਕਦੇ। ਉਹ ਪਰਮਾਤਮਾ ਜੀਵਾਂ ਦੀ ਖਾਤਰ ਟੱਟੀ ਪਿਸ਼ਾਬ ਵਾਲਾ, ਬਿਮਾਰੀਆਂ ਵਾਲਾ ਖੋਲ ਧਾਰ ਕੇ ਆਉਂਦਾ ਹੈ। ਨਾ ਤਾਂ ਗੁਰੂ ਦੀ ਦੇਹ ਹੈ, ਉਹ ਤਾਂ 20-50 ਸਾਲ 60 ਸਾਲ 100 ਸਾਲ ਵਾਸਤੇ ਦੇਹ ਦੇ ਵਿੱਚ ਰਹਿੰਦਾ ਹੈ। ਨਾ ਸੇਵਕ ਦੀ ਦੇਹ ਹੈ। ਗੁਰੂ ਦਾ ਸਰੂਪ ਸ਼ਬਦ ਹੈ ਔਰ ਸੇਵਕ ਦਾ ਸਰੂਪ ਸੁਰਤ ਹੈ। ਜਿਨ੍ਹਾਂ ਜੀਵਾਂ ਤੇ ਪਰਮਾਤਮਾ ਦਇਆ ਕਰਦਾ, ਮਿਹਰ ਕਰਦਾ ਹੈ, ਉਹਨਾਂ ਨੂੰ ਸੰਤਾਂ ਦੀ ਸੰਗਤ ਔਰ ਸੋਭਤ ਦੇ ਵਿੱਚ ਲਿਜਾਂਦਾ ਹੈ। ਸੰਤ ਮਹਾਤਮਾ ਸਾਨੂੰ ਅੰਦਰ ਸ਼ਬਦ ਨਾਮ ਦੇ ਨਾਲ ਜੁੜਨ ਦੀ ਯੁਕਤੀ ਦੱਸਦੇ ਹੈ। ਉਹਨਾਂ ਦੀ ਰਹਿਨਮਾਈ ਦੇ ਅੰਦਰ ਅਸੀਂ ਨਾਮ ਦੀ ਕਮਾਈ ਕਰਦੇ ਹਾਂ, ਨਾਮ ਦੀ ਵਿੱਚ ਜੁੜ ਜਾਂਦੇ ਹਾਂ, ਤਾਂ ਸੰਤ ਮਹਾਤਮਾ ਸਾਨੂੰ ਨਾਮ ਦੇ ਵਿੱਚ ਹੀ ਲੈ ਕੇ ਸਮਾ ਜਾਂਦੇ ਹੈ। ਜਿੰਨਾ ਚਿਰ ਸੰਤ ਦੇਹ ਦੇ ਵਿੱਚ ਬੈਠੇ ਹੈ, ਉਹ ਨਹੀਂ ਕਹਿੰਦੇ ਕਿ ਅਸੀਂ ਗੁਰੂ ਹਾਂ ਜਾਂ ਤੁਹਾਡੇ ਪੀਰ ਹਾਂ।
ਉਹ ਸਾਨੂੰ ਕਹਿੰਦੇ ਆ ਤੁਹਾਡਾ ਗੁਰੂ ਸ਼ਬਦ ਹੈ, ਨਾਮ ਹੈ। ਨਾ ਸ਼ਿਸ਼ ਦੀ ਦੇਹ ਨੂੰ ਉਹ ਆਪਣਾ ਚੇਲਾ ਬਣਾਉਂਦੇ ਆ, ਸ਼ਿਸ਼ ਬਣਾਉਂਦੇ ਹੈ। ਸਚਾਈ ਤਾਂ ਇਹ ਹੈ ਕਿ ਸ਼ਿਸ਼ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਤਾਂ ਸੁਰਤ ਨੂੰ ਆਪਣੀ ਚੇਲਾ ਬਣਾਉਂਦੇ ਹੈ। ਜਦ ਗੁਰੂ ਨਾਨਕ ਨੂੰ ਸਿੱਧਾ ਨੇ ਪੁੱਛਿਆ ਤੁਹਾਡਾ ਗਾਉਣ ਗੁਰੂ ਹੈ, ਕਿਸ ਦੇ ਤੁਸੀਂ ਚੇਲੇ ਹੋ, ਤਾਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਿੱਧੋ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਸਾਡਾ ਗੁਰੂ ਹੈ, ਆਤਮਾ ਸਾਡੀ ਉਸ ਦੀ ਸ਼ਿਸ਼ ਹੈ। ਕਾਤਕ ਮਾਸ ਪਾਂਚ ਚਲਾ, ਸੁਰਤ ਸ਼ਬਦ ਗੁਰ ਚੇਲਾ ਮਿਲਾ। ਤਕ ਕਾਇਆ ਕਵਲਨ ਬਿਦ ਭਾਗੀ, ਕਮਲ ਦੁਆਦਸ ਕਾਇਆ ਰਾਖੀ। ਹੁਣ ਜੋ ਸੰਤ ਸਤਿਗੁਰੂ ਹੁੰਦੇ ਹੈ ਉਹ ਆਪਣੇ ਸ਼ਿਸ਼ ਤੋਂ ਕੁਝ ਵੀ ਛੁਪਾ ਕੇ ਨਹੀਂ ਰੱਖਦੇਗੇ। ਪਿਆਰਾ ਪਿਤਾ ਜਿਹੜਾ ਹੁੰਦਾ ਹੈ ਆਪਣੇ ਪਿਆਰੇ ਬੇਟੇ ਅੱਗੇ ਸਭ ਕੁਝ ਹੀ ਜ਼ਾਹਰ ਕਰ ਦਿੰਦਾ ਹੈ ਕਿ ਇਤਨਾ ਧਨ ਪਦਾਰਥ ਹੈ, ਇਹਨੂੰ ਇਸ ਤਰ੍ਹਾਂ ਤੈਂ ਕਮਾਉਣਾ ਹੈ, ਇਸ ਤਰ੍ਹਾਂ ਇਹਦੇ ਵਿੱਚ ਵਾਧਾ ਕਰਨਾ ਹੈ। ਹੁਣ ਉਹਨੂੰ ਕਹਿੰਦੇ ਆ ਦੇਖ ਬੇਟਾ, ਇਹ ਤੇਰੀ ਦੇਹ ਦੇ 6 ਚੱਕਰ ਹੈ, 9 ਦੁਆਰੇ ਹੈ, 12 ਇਸ ਦੇ ਕਮਲ ਹੈ, 12ਵਾਂ ਕਮਲ ਸੱਚਖੰਡ ਦੇ ਵਿੱਚ ਹੈ। ਤਕ ਕਾਇਆ ਕਵਲਨ ਬਿਦ ਭਾਖੀ, ਕਮਲ ਦੁਆਦਸ ਕਾਇਆ ਰਾਖੀ। ਪ੍ਰਥਮ ਕਮਲ ਗਣੇਸ਼ ਬਿਲਾਸਾ, ਕਮਲ ਦੂਸਰੇ ਬ੍ਰਹਮਾ ਬਾਸਾ। ਹੁਣ ਆਪ ਕਹਿੰਦੇ ਆ ਇਹ ਦੇਹ ਜਿਹੜੀ ਤੇਰੀ ਹੈ ਇਹ ਹੱਡ ਚਮ ਮਾਸ ਦੀ ਹੀ ਨਹੀਂ, ਇਸ ਦੇ ਅੰਦਰ ਪਰਮਾਤਮਾ ਨੇ ਬੜੇ ਖਜ਼ਾਨੇ ਰੱਖੇ ਹੋਏ ਹੈ। ਕਬੀਰ ਸਾਹਿਬ ਕਹਿੰਦੇ ਆ ਇਸ ਦੇ ਅੰਦਰ ਲੱਖਾਂ ਸੂਰਜ, ਚੰਦ, ਸਿਤਾਰੇ, ਬਾਗ ਬਹਾਰਾਂ, ਜੋ ਵੀ ਬਾਹਰ ਸਮੁੰਦਰ ਵਗੈਰਾ ਅਸੀਂ ਦੇਖਦੇ ਹਾਂ ਸਭ ਪਰਮਾਤਮਾ ਨੇ ਸੂਖਸ਼ਮ ਰੂਪ ਦੇ ਅੰਦਰ ਇਸ ਦੇ ਅੰਦਰ ਰੱਖੇ ਹੋਏ ਆ। ਫਿਰ ਕਹਿਣ ਲੱਗੇ ਬੜੀ ਪਤੇ ਦੀ ਗੱਲ ਇਹ ਹੈ ਕਿ ਇਹਨਾਂ ਦਾ ਸਿਰਜਣਹਾਰਾ ਜਿਹੜਾ ਮਾਲੀ ਹੈ, ਇਹਨਾਂ ਨੂੰ ਪੈਦਾ ਕਰਨ ਵਾਲਾ ਜਿਹੜਾ ਪਰਮਾਤਮਾ ਹੈ, ਉਹ ਵੀ ਇਸੇ ਸਰੀਰ ਦੇ ਅੰਦਰ ਹੀ ਬੈਠਾ ਹੈ। ਅਸੀਂ ਇਸ ਮਿੱਟੀ ਦੀ ਦੇਹ ਨੂੰ ਤਾਂ ਸਾਰਾ ਦਿਨ ਬਹੁਤ ਸਾਰਾ ਵਕਤ ਸਵਾਰਨ ਦੇ ਵਿੱਚ ਲਾਉਨੇ ਹੈ, ਲੇਕਿਨ ਕਦੇ ਅਸੀਂ ਇਸ ਦੀ ਅੰਦਰਲੀ ਖੂਬਸੂਰਤੀ ਨੂੰ ਕਦੇ ਨਹੀਂ ਦੇਖਿਆ। ਉਹ ਕਹਿੰਦੇ ਦੇਖ ਬੱਚਾ, ਤੂੰ ਬੜੇ ਅਰਸੇ ਤੋਂ ਇਸ ਦੇਹ ਦੇ ਵਿੱਚ ਬੈਠਾ ਹੋਇਆ ਹੈ, ਕਦੇ ਅੰਦਰ ਜਾ ਕੇ ਝਾਤੀ ਮਾਰੀ ਕਿ ਜਿਹੜਾ ਇਸ ਦੇਹ ਨੂੰ ਚਲਾ ਰਿਹਾ ਹੈ, ਜਿਹਦੇ ਆਸਰੇ ਇਹ ਭੱਜ ਰਹੀ ਹੈ, ਜਿਹਦੇ ਆਸਰੇ ਹੋਣ ਕਰਕੇ ਸਾਡਾ ਆਦਰ ਮਾਨ ਹੈ, ਕਹਿਣ ਲੱਗੇ ਕਦੇ ਉਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਅੰਦਰ ਜਾ ਕੇ। ਹੁਣ ਆਪ ਕਹਿੰਦੇ ਆ ਕਿ ਪਹਿਲਾ ਜੋ ਕਮਲ ਹੈ ਉਹਦੇ ਵਿੱਚ ਗਣੇਸ਼ ਦਾ ਵਾਸਾ ਹੈ, ਔਰ ਦੂਸਰੇ ਚੱਕਰ ਦੇ ਵਿੱਚ ਬਰਮਾ ਔਰ ਸ਼ਿਵਤਰੀ ਦਾ ਵਾਸਾ ਹੈ। ਜੋਗੀ ਲੋਕ ਆਪਣਾ ਅਭਿਆਸ ਇਸੇ ਚੱਕਰ ਤੋਂ ਹੀ ਸ਼ੁਰੂ ਕਰਦੇ ਹੈ, ਔਰ ਇਹ ਉਹ ਸਰੀਰ ਦੇ ਅੰਦਰ ਇੱਥੋਂ ਹੀ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੈ। ਹਾਂਜੀ। ਪ੍ਰਥਮ ਕਮਲ ਗਣੇਸ਼ ਬਿਲਾਸਾ, ਕਮਲ ਦੂਸਰੇ ਬ੍ਰਹਮਾ ਬਾਸਾ, ਕਮਲ ਤੀਸਰੇ ਵਿਸ਼ਨ ਪ੍ਰਕਾਸ਼ਾ, ਚਤੁਰਥ ਕਮਲ ਸ਼ਿਵ ਸ਼ਕਤੀ ਨਿਵਾਸਾ। ਹੁਣ ਆਪ ਕਹਿੰਦੇ ਆ ਤੀਸਰੇ ਕਮਲ ਦੇ ਅੰਦਰ ਵਿਸ਼ਨੂੰ ਦਾ ਵਾਸਾ ਹੈ। ਸਾਰੇ ਕਹਿੰਦੇ ਹੈ ਕਿ ਵਿਸ਼ਨੂੰ ਦੁਨੀਆ ਨੂੰ ਪਾਲਦਾ ਹੈ। ਇਹ ਸੱਚ ਹੈ ਕਿ ਮਿਹਦੇ ਦੇ ਅੰਦਰੋਂ ਬਹੁਤ ਸਾਰੀਆਂ ਰਗਾਂ ਸਾਰੇ ਸਰੀਰ ਨੂੰ ਨਾੜੀਆਂ ਜਾਂਦੀਆਂ ਹਨ, ਜੋ ਸਾਰੇ ਸਰੀਰ ਦੀ ਪਰਵਿਸ਼ ਕਰਦੀਆਂ ਹਨ। ਇਸ ਵਾਸਤੇ ਆਪ ਕਹਿਣ ਲੱਗੇ ਉੱਥੋਂ ਦਾ ਜਿਹੜਾ ਚਾਨਣਾ ਹੈ ਉਹ ਸਫੈਦ ਹੈ, ਔਰ ਚੌਥੇ ਕਮਲ ਦੇ ਅੰਦਰ ਸ਼ਿਵ ਔਰ ਪਾਰਵਤੀ ਦਾ ਵਾਸਾ ਹੈ। ਇਹ ਸਾਡੇ ਸਵਾਸਾਂ ਦੇ ਭੰਡਾਰ ਦੇ ਮਾਲਕ ਹੈ। ਕਮਲ ਤੀਸਰੇ ਵਿਸ਼ਨ ਪ੍ਰਕਾਸ਼ਾ, ਚਤੁਰਥ ਕਮਲ ਸ਼ਿਵ ਸ਼ਕਤੀ ਨਿਵਾਸਾ, ਆਤਮ ਕਮਲ ਪਾਂਚਵਾਂ ਹੋਈ, ਛਟਾ ਕਮਲ ਪਰਮਾਤਮ ਸੋਈ। ਹੁਣ ਆਪ ਕਹਿੰਦੇ ਆ ਪੰਜਵੇਂ ਕਮਲ ਦੇ ਅੰਦਰ ਸ਼ਕਤੀ ਬੈਠੀ ਹੈ, ਜਿਸ ਨੂੰ
ਅਸ਼ਟੰਗੀ ਅਸ਼ਟਭੁਜਾਂ ਵਾਲੀ ਦੁਰਗਾ ਕਰਕੇ ਵੀ ਬਿਆਨ ਕੀਤਾ ਹੈ। ਔਰ ਜਿਹੜਾ ਛੇਵਾਂ ਕਮਲ ਹੈ ਉਹ ਅੱਖਾਂ ਦੇ ਪਿੱਛੇ ਹੈ, ਜਿੱਥੇ ਮਨ ਔਰ ਆਤਮਾ ਦੀ ਸੀਟ ਹੈ। ਜੋਗੀਆਂ ਦੀ ਆਖਰੀ, ਇੱਥੇ ਜਾ ਕੇ ਜੋਗੀਆਂ ਦੀ ਮੰਜ਼ਿਲ ਜੋ ਹੈ ਖਤਮ ਹੋ ਜਾਂਦੀ ਹੈ। ਲੇਕਿਨ ਸੰਤ ਆਪਣੇ ਸੇਵਕਾਂ ਨੂੰ ਥੱਲੇ ਦੇ ਅਕਾ ਦੇਣ ਵਾਲੇ ਅਭਿਆਸਾਂ ਦੇ ਵਿੱਚ ਨਹੀਂ ਫਸਾਉਂਦੇਗੇ। ਉਹ ਆਪਣੇ ਸੇਵਕਾਂ ਦਾ ਅਭਿਆਸ ਸ਼ੁਰੂ ਹੀ ਇੱਥੋਂ ਕਰਦੇ ਹੈ, ਜਿੱਥੇ ਕਿ ਜੋਗੀਆਂ ਦੀ ਆਖਰੀ ਮੰਜ਼ਿਲ ਹੈ। ਆਤਮ ਕਮਲ ਪਾਂਚਵਾਂ ਹੋਈ, ਛਟਾ ਕਮਲ ਪਰਮਾਤਮ ਸੋਈ, ਕਮਲ ਸਾਤਵੇਂ ਕਾਲ ਬਸੇਰਾ, ਜੋਤ ਨਿਰੰਜਨ ਕਾ ਵਹਾਂ ਡੇਰਾ। ਹੁਣ ਆਪ ਕਹਿੰਦੇ ਹੈ ਕਿ ਸੱਤਵਾਂ ਕਮਲ, ਜਾਂ ਤਾਂ ਇਹ ਕਹਿ ਲਓ ਕਿ ਉੱਥੇ ਕਾਲ ਵਸਦਾ ਹੈ ਔਰ ਜੋਤ ਨਿਰੰਜਨ ਦਾ ਉੱਥੇ ਵਾਸਾ ਹੈ। ਇਹ ਸੂਖਸ਼ਮ ਦੇਸ਼ ਦੀ ਰਾਜਧਾਨੀ ਹੈ। ਰਾਮ ਕ੍ਰਿਸ਼ਨ ਇੱਥੋਂ ਹੀ ਅਵਤਾਰ ਸੰਸਾਰ ਵਿੱਚ ਆਏ ਸਨ। ਜੋ ਵੀ ਅਵਤਾਰ ਆਉਂਦਾ ਹੈ ਇੱਥੋਂ ਹੀ ਆਉਂਦੇ ਹਨ। ਕਮਲ ਸਾਤਵੇਂ ਕਾਲ ਬਸੇਰਾ, ਜੋਤ ਨਿਰੰਜਨ ਕਾ ਵਹਾਂ ਡੇਰਾ, ਕਮਲ ਆਠਵਾਂ ਟਿਕਟੀ ਮਾਹੀ, ਸੂਰਜ ਬ੍ਰਹਮ ਬਸੇ ਤਿਹ ਠਾਈ। ਹੁਣ ਆਪ ਕਹਿੰਦੇ ਆ ਅੱਠਵਾਂ ਕਮਲ ਤਿਰਕੁਟੀ ਦੇ ਵਿੱਚ ਹੈ। ਅਗਰ ਅਸੀਂ ਇੱਥੋਂ ਦੇ ਹਜ਼ਾਰਾਂ ਸੂਰਜ ਇਕੱਠਾ ਕਰੀਏ ਤਾਂ ਤਿਰਕੁਟੀ ਦੇ ਇੱਕ ਸੂਰਜ ਦਾ ਮੁਕਾਬਲਾ ਵੀ ਨਹੀਂ ਕਰਦਾਗਾ। ਤਿਰਕੁਟੀ ਦੇ ਅੰਦਰ ਸਾਡੀ ਆਤਮਾ ਨੂੰ ਬਹੁਤ ਅਰਸਾ ਰਹਿ ਕੇ ਅਭਿਆਸ ਕਰਨਾ ਪੈਂਦਾ ਹੈ, ਕਿਉਂਕਿ ਜਨਮਾਂ ਜਨਮਾਤਰਾਂ ਦੇ ਸਾਡੇ ਜਿਹੜੇ ਕਰਮ ਸਟੋਰ ਹੋਏ ਹੈ ਇੱਥੇ ਖਤਮ ਕਰਨੇ ਪੈਂਦੇ ਹਨ। ਗੁਰੂ ਦਿਆਲੂ ਪੁਰਸ਼ ਹੁੰਦਾ ਹੈ, ਉਹ ਸਾਡੇ ਕਿਰੇਮਾਨ ਔਰ ਸੰਚਿਤ ਕਰਮਾਂ ਨੂੰ ਖਤਮ ਕਰ ਦਿੰਦਾ ਹੈ ਆਪਣੀ ਦਇਆ ਦੇ ਨਾਲ। ਉਹ ਪ੍ਰਾਲਬਤ ਨੂੰ ਨਹੀਂ ਛੇੜਦਾਗਾ, ਉਹ ਦੇਹ ਦੇ ਵਿੱਚ ਹੀ ਭੁਗਤਾ ਲੈਂਦਾ ਹੈ। ਕੁਛ ਉਹ ਆਪਣੀ ਦਇਆ ਦੇ ਨਾਲ ਆਪਣੇ ਉੱਪਰ ਵੀ ਲੈ ਲੈਂਦਾ ਹੈ। ਕਮਲ ਆਠਵਾਂ ਤ੍ਰਿਕੁਟੀ ਮਾਹੀ, ਸੂਰਜ ਬ੍ਰਹਮ ਬਸੇ ਤਿਹ ਠਾਈ, ਨਵਾਂ ਕਮਲ ਹੈ ਦਸਵੇਂ ਦੁਆਰੇ, ਪਾਰ ਬ੍ਰਹਮ ਜਹਾਂ ਬਸੇ ਨਿਰਾਰੇ। ਹੁਣ ਆਪ ਕਹਿੰਦੇ ਨਾਵਾਂ ਕਮਲ ਜੋ ਹੈ ਉਹ 10ਵੇਂ ਦੁਆਰ ਦੇ ਵਿੱਚ ਹੈ। ਔਰ ਜਿਸ ਤਰ੍ਹਾਂ ਆਤਮਾ ਅਕਰਤਾ ਅਭੋਗਤਾ ਹੈ, ਕਰਮ ਜਿਹੜੇ ਹੈ ਉਹ ਮਨ ਕਰਦਾ ਹੈ, ਇਸੇ ਤਰ੍ਹਾਂ ਜੋ ਦੁਨੀਆ ਦੀ ਰਚਨਾ ਹੈ ਉਹ ਬ੍ਰਹਮ ਕਾਲ ਕਰ ਰਿਹਾ ਹੈ ਔਰ ਪਾਰ ਬ੍ਰਹਮ ਜੋ ਹੈ ਉਹ ਅਕਰਤਾ ਅਭੋਗਤਾ ਹੈ। ਨਵਾਂ ਕਮਲ ਹੈ ਦਸਵੇਂ ਦੁਆਰੇ, ਪਾਰ ਬ੍ਰਹਮ ਜਾਂ ਵਸੇ ਨਿਰਾਰੇ, ਮਹਾ ਸੁਨ ਮੇਂ ਕਮਲ ਅਚਿੰਤਾ, ਕਮਲ ਦਸਮ ਕਾ ਵਹਾਂ ਬਰਤੰਤਾ। ਹੁਣ ਆਪ ਕਹਿੰਦੇ ਕਿ ਜਦੋਂ ਅਸੀਂ ਪਾਰ ਬ੍ਰਹਮ ਦੇ ਦੇਸ਼ ਨੂੰ ਛੱਡਦੇ ਹਾਂ ਉਦੋਂ ਅੱਗੇ ਬਹੁਤ ਅੰਧੇਰਾ ਦਾ ਇੱਕ ਦੀਪ ਆਉਂਦਾ ਹੈ ਕਿ ਜਿਸ ਨੂੰ ਆਤਮਾ ਪਾਰ ਨਹੀਂ ਕਰ ਸਕਦੀਗੀ। ਹਾਲਾਂਕਿ 10ਵੇਂ ਦੁਆਰ ਦੇ ਵਿੱਚ ਪਹੁੰਚੀ ਹੋਈ ਆਤਮਾ ਦਾ 12 ਸੂਰਜ ਦਾ ਨੂਰ ਹੋ ਜਾਂਦਾ ਹੈ, ਲੇਕਿਨ ਉਹ ਇਤਨਾ ਅੰਧੇਰਾ ਹੈ ਕਿ ਜਿਹਦੇ ਵਿੱਚ ਇਹਦਾ 12 ਸੂਰਜ ਦਾ ਜੋ ਨੂਰ ਹੈ, ਪ੍ਰਕਾਸ਼ ਹੈ, ਉਹ ਕੰਮ ਨਹੀਂ ਦਿੰਦਾਗਾ। ਲੇਕਿਨ ਇੱਥੇ 10ਵੇਂ ਕਮਲ ਦੇ ਵਿੱਚ ਜ਼ੁਲਮਾਤ ਦੇ ਅੰਧੇਰੇ ਦੇ ਅੰਦਰ ਥੱਲੇ ਦੀ ਰਚਨਾ ਬੜੀ ਸਾਫ਼ ਨਜ਼ਰ ਦੇ ਵਿੱਚ ਆਉਂਦੀ ਹੈ। ਜਿਵੇਂ ਇੱਥੇ ਮੈਂ ਤੁਹਾਨੂੰ ਦੇਖ ਰਿਹਾ ਹਾਂ, ਥੱਲੇ ਦੀ ਰਚਨਾ ਉੱਥੇ ਪਹੁੰਚੀ ਹੋਈ ਆਤਮਾ ਨੂੰ ਇਸ ਤਰ੍ਹਾਂ ਸਾਫ਼ ਨਜ਼ਰ ਆਉਂਦੀ ਹੈ ਜਿਸ ਤਰ੍ਹਾਂ ਸ਼ੀਸ਼ੇ ਦੇ ਵਿੱਚ ਤੁਸੀਂ ਆਪਣਾ ਚਿਹਰਾ ਦੇਖ ਰਹੇ ਹੁੰਦੇ ਆ। ਹਿੰਦੂ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਗੁਰੂ ਉਹ ਹੈ ਜੋ ਅੰਧੇਰੇ ਦੇ ਵਿੱਚ ਪ੍ਰਕਾਸ਼ ਕਰ ਦੇਵੇ। ਇੱਥੇ ਆਤਮਾ
ਪਹੁੰਚੀ ਹੋਈ ਨੂੰ ਪਤਾ ਨਹੀਂਗਾ ਕਿ ਮੈਂ ਕਿੱਧਰ ਜਾਣਾ ਹੈ, ਅੱਗੇ ਦੇ ਰਸਤੇ ਦਾ ਕੋਈ ਗਿਆਨ ਨਹੀਂ ਹੁੰਦਾਗਾ। ਗੁਰੂ ਵੈਸੇ ਤਾਂ ਹਰ ਮੰਜ਼ਿਲ ਦੇ ਉੱਤੇ ਸਾਹ ਸਾਹ ਨਾਲ ਸੇਵਕ ਦੇ ਨਾਲ ਹੈ, ਲੇਕਿਨ ਇੱਥੇ ਤਾਂ ਖਾਸ ਉਹਦੀ ਦਇਆ ਹੁੰਦੀ ਹੈ। ਉਸ ਨੂੰ ਪਤਾ ਹੈ ਕਿ ਕੋਈ ਆਤਮਾ ਇੱਥੋਂ ਅੱਗੇ ਨਹੀਂ ਜਾ ਸਕਦੀ। ਉਹ ਇੱਥੋਂ ਆਤਮਾ ਨੂੰ ਆਪਣੇ ਨੂਰ ਔਰ ਪ੍ਰਕਾਸ਼ ਦੇ ਨਾਲ ਲਿਜਾਂਦਾ ਹੈ। ਉੱਥੇ ਪਤਾ ਲੱਗਦਾ ਹੈ ਕਿ ਗੁਰੂ ਕਿਸ ਤਾਕਤ ਦਾ ਨਾਮ ਹੈ, ਗੁਰੂ ਦਾ ਕੀ ਕੰਮ ਹੈ। महाशून्य में कमल अचिंता, कमल दसम का वहाँ बरतंता, कमल एकादश पमर गुफा पर, द्वादश कमल सत पद अंतर। ਹੁਣ ਆਪ ਕਹਿੰਦੇ 11ਵਾਂ ਕਮਲ ਭਵਰ ਗੁਫਾ ਦੇ ਵਿੱਚ ਹੈ, ਜਿੱਥੇ ਆਤਮਾ ਪਹੁੰਚ ਕੇ ਮਸਤ ਹੋ ਜਾਂਦੀ ਹੈ, ਉਹ ਆਪਣੇ ਆਪ ਨੂੰ ਭੁੱਲ ਜਾਂਦੀ ਹੈ। ਭਵਰ ਗੁਫਾ ਸੱਚਖੰਡ ਦਾ ਬੂਹਾ ਹੈ। 12ਵਾਂ ਕਮਲ ਸੱਚਖੰਡ ਦੇ ਅੰਦਰ ਹੈ। ਜਦੋਂ ਪਰਲੋ ਹੁੰਦੀ ਹੈ, ਪ੍ਰਿਥਵੀ ਜਿਹੜੀ ਹੈ ਉਹ ਪਾਣੀ ਦੇ ਵਿੱਚ ਘੁਲ ਜਾਂਦੀ ਹੈ ਔਰ ਪਾਣੀ ਨੂੰ ਅਗਨੀ ਖਾ ਜਾਂਦੀ ਹੈ, ਅਗਨੀ ਨੂੰ ਹਵਾ ਖਾ ਜਾਂਦੀ ਹੈ, ਹਵਾ ਨੂੰ ਆਕਾਸ਼ ਖਾ ਜਾਂਦਾ ਹੈ, ਆਕਾਸ਼ ਨੂੰ ਮਨ ਖਾ ਜਾਂਦਾ ਹੈ ਔਰ ਮਨ ਨੂੰ ਮਾਇਆ ਖਾ ਜਾਂਦੀ ਹੈ। ਮਾਇਆ ਬ੍ਰਹਮ ਦੇ ਵਿੱਚ ਸਮਾ ਜਾਂਦੀ ਹੈ। ਦੂਸਰੀ ਮੰਜ਼ਿਲ ਤੱਕ ਪਰਲੋਂ ਵਿੱਚ ਮੰਡਲ ਸਾਰੇ ਸਮਾਪਤ ਹੋ ਜਾਂਦੇ ਹੈ, ਢਹਿ ਜਾਂਦੇ ਹੈ ਔਰ ਭਵਰ ਗੁਫਾ ਤੱਕ ਮਹਾਪਰਲੋਂ ਵਿੱਚ ਢਹਿ ਜਾਂਦੇ ਹੈ। ਸੱਚਖੰਡ ਉਹ ਦੇਸ਼ ਹੈ ਜਿੱਥੇ ਨਾ ਪਰਲੋਂ ਜਾਂਦੀ ਹੈ ਨਾ ਮਹਾਪਰਲੋਂ ਜਾਂਦੀ ਹੈ, ਉਹ ਸਦਾ ਹੀ ਕਾਇਮ ਹੈ। ਸੰਤ ਮਹਾਤਮਾ ਜਦ ਨਾਮ ਦਿੰਦੇ ਹੈ, ਉਸ ਵਕਤ ਕੀ ਕਰਦੇ ਹੈ ਕਿ ਕਾਲ ਤੋਂ ਜੀਵਾਂ ਦੀਆਂ ਡੋਰੀਆਂ ਲੈ ਕੇ ਇੱਥੇ ਸੱਚਖੰਡ ਦੇ ਵਿੱਚ ਬੰਨ੍ਹ ਦਿੰਦੇ ਹੈ। ਇਹ ਕਿਸੇ ਕਮਾਈ ਵਾਲੇ ਮਹਾਤਮਾ ਦਾ ਹੀ ਕੰਮ ਹੈ। ਹਜ਼ੂਰ ਕਿਰਪਾਲ ਕਹਿੰਦੇ ਹੁੰਦੇ ਸੀ ਕਿ ਰੂਹਾਨੀਅਤ ਦਾ ਕੰਮ ਰੂਹਾਨੀਅਤ ਦਾ ਹੀ ਮਾਹਰ ਕਰ ਸਕਦਾ ਹੈ। ਨਿਚਲੇ ਮੰਡਲਾਂ ਦੇ ਅੰਦਰ ਜਿੱਥੋਂ ਤੱਕ ਕਾਲ ਦਾ ਰਾਜ ਹੈ, ਹਰ ਜੀਵ ਦੀ ਡੋਰੀ ਉਸਨੇ ਆਪਣੇ ਮੰਡਲਾਂ ਦੇ ਅੰਦਰ ਛੁਪਾ ਕੇ ਰੱਖੀ ਹੈ, ਬੜੀਆਂ ਜੁਗਤੀ ਦੇ ਨਾਲ ਰੱਖੀਆਂ ਹੋਈਆਂ ਹੈ। ਸੰਤ ਆਪਣੀ ਦਇਆ ਕਰਕੇ ਉਹ ਕਾਲ ਤੋਂ ਸਾਰੀਆਂ ਡੋਰੀਆਂ ਲੈ ਕੇ ਜਿੱਥੋਂ ਜਿੱਥੋਂ ਦਾ ਕੋਈ ਅਧਿਕਾਰੀ ਹੈ, ਸਭ ਦਾ ਇਸ਼ਟ ਸੱਚਖੰਡ ਬੰਨ੍ਹ ਦਿੰਦੇ ਹੈ। कमल एकादश पमर गुफा पर, द्वादश कमल सत पद अंतर, खट चक्कर यह पिंड सवारा, तीन चक्र ब्रह्मंड आधारा। ਹੁਣ ਆਪ ਕਹਿੰਦੇ ਹੈ ਕਿ ਪਿੰਡ ਦੇ ਅੰਦਰ 6 ਚੱਕਰ ਹੈ ਔਰ ਬ੍ਰਹਮੰਡ ਦੇ ਅੰਦਰ ਹੋਰ 3 ਚੱਕਰ ਹੈ, ਜਿਹੜੇ ਸੰਤਾਂ ਤੋਂ ਬਗੈਰ ਅੱਜ ਤੱਕ ਕਦੇ ਨਹੀਂ ਕਿਸੇ ਨੇ ਖੋਲ੍ਹੇ ਗਏ। ਉਹ ਸੰਤਾਂ ਦੀ ਦਇਆ ਦੇ ਨਾਲ ਹੀ ਖੁੱਲ੍ਹਦੇ ਹੈ। ਅਲੱਖ ਹੈ, ਅਗੰਮ ਹੈ, ਅਨਾਮੀ ਹੈ। खट चक्कर यह पिंड सवारा, तीन चक्र ब्रह्मंड आधारा, तीन कमल जो ऊपर रहे, संत बिना कोई बारन ना कहे। ਹੁਣ ਆਪ ਕਹਿੰਦੇ ਹੈ ਕਿ ਜੋਗੀ ਸਿਰਫ ਦੂਸਰੀ ਮੰਜ਼ਿਲ ਤੱਕ ਪਹੁੰਚੇ ਹੈ। ਜਿਹੜੇ ਜੋਗੀਸ਼ਰ ਹੈ ਉਹ 10ਵੇਂ ਦੁਆਰ ਤੱਕ ਪਾਰ ਬ੍ਰਹਮ ਤੱਕ ਪਹੁੰਚੇ ਹੈ, ਉਹ ਵੀ ਕੋਈ ਵਿਰਲਾ ਹੀ। ਹੁਣ ਜਿਹੜੇ ਸੱਚਖੰਡ ਨਹੀਂ ਗਏ, ਉਹਨਾਂ ਨੂੰ ਉੱਪਰਲੇ ਅਲੱਖ ਅਗੰਮ ਅਨਾਮੀ ਜਿਹੜੇ 3 ਮੰਡਲ ਹੈ, ਉਹਨਾਂ ਦਾ ਕੀ ਉਹਨਾਂ ਨੂੰ ਗਿਆਨ ਹੋ ਸਕਦਾ, ਕੀ ਪਤਾ ਹੋ ਸਕਦਾ ਹੈ। तीन कमल जो ऊपर रहे, संत बिना कोई बारन ना कहे, खष्ट कमल तक जोगी आसन, नवे कमल जोगीश्वर बासन। ਹੁਣ ਆਪ ਕਹਿੰਦੇ ਹੈ ਕਿ ਜਿਹੜੇ ਜੋਗੀ ਹੈ ਉਹ ਵੱਧ ਤੋਂ ਵੱਧ ਤ੍ਰਿਕੁਟੀ ਤੱਕ ਹੀ ਪਹੁੰਚੇ, ਅੱਗੇ ਦਾ ਉਹਨਾਂ ਨੂੰ ਪਤਾ ਨਹੀਂਗਾ। ਜੋਗੀਸ਼ਰ ਜਿਹੜੇ ਸਨ ਉਹ 10ਵੇਂ ਦੁਆਰ ਤੱਕ ਹੀ ਪਹੁੰਚੇ, ਉਹਨਾਂ ਨੂੰ ਅੱਗੇ ਦਾ ਕੋਈ ਪਤਾ ਨਹੀਂ। ਜਦੋਂ ਗਾਹਾਂ ਉਹ ਗਏ ਨਹੀਂ, ਉੱਥੋਂ ਦਾ ਭੇਦ ਵੀ ਕੀ ਆਪਣੇ ਗ੍ਰੰਥਾਂ ਵਿੱਚ ਲਿਖ ਸਕਦੇ ਸੀਗੇ।
खासट कमल तक जोगी आसन, नवे कमल जोगेश्वर बासन। पिंड ब्रह्मंड का इतना लेखा, जोगी ज्ञानी यहाँ तक पेखा। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਜੋ ਕੁਛ ਪਿੰਡ ਦੇ ਵਿੱਚ ਹੈ ਉਹ ਇਤਨਾ ਹੀ ਲੇਖਾ ਹੈ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਹੈ। ਜੋਗੀ ਲੋਕ त्रिकुटी तक पहुंचे, जुगीश्वर दसवें द्वार तक पहुंचे। जेड़े ज्ञानी आलम फाजिल है वो बाहर ही वाल दी खल लाउण दे उत्ते तुले रहे, ना वो अंदर गए, ना अंदर दा भेद उन्होंने देखा। गुरु नानक साहब कहते हैं कि असी ज्ञानी ਉਹਨੂੰ ਕਹਿੰਦੇ ਆ ਗਿਆਨ ਧਿਆਨ ਧੁਨ ਜਾਣੀਏ ਅਕਥ ਕਹਾਵੈ ਸੋਏ। ਗੁਰੂ ਨਾਨਕ ਸਾਹਿਬ ਕਹਿੰਦੇ ਆ ਕਿ ਗਿਆਨੀ ਦੀ ਪਦਵੀ ਤਾਂ ਬੜੀ ਉੱਚੀ ਹੈ ਲੇਕਿਨ ਕੋਈ ਗਿਆਨੀ ਬਣਦਾ ਨਹੀਂ। ਕਹਿੰਦੇ ਜਿਹੜਾ ਅੰਦਰਲੀ ਧੁਨ ਦਾ ਵਾਕਫ ਹੋ ਗਿਆ ਉਹ ਗਿਆਨੀ ਹੋ ਗਿਆ। ਲੇਕਿਨ ਜਿਸ ਤਰ੍ਹਾਂ ਦਾ ਅਸੀਂ ਗਿਆਨ ਕਰਦੇ ਹਾਂ, ਗੁਰੂ ਨਾਨਕ ਸਾਹਿਬ ਕਹਿੰਦੇ ਆ ਇਹ ਕੌਡੀ ਕੰਮ ਨਹੀਂਗਾ। ਹਰ ਹਰ ਕਰੇ ਨਿਤ ਕਪਟ ਕਮਾਏ, ਹਿਰਦਾ ਸੁਧ ਨਾ ਹੋਈ, ਗਿਆਨੀ ਗੁਰਬਿਨ ਭਗਤ ਨਾ ਹੋਈ। पिंड ब्रह्मंड का इतना लेखा, जोगी ज्ञानी यहाँ तक पेखा। आगे का कोई भेद न जाने, तीन कमल सो संत बखाने। ਹੁਣ ਆਪ ਕਹਿੰਦੇ ਆ ਕਿ ਜਿਹੜਾ ਐਵੇਂ ਪਾਸ ਹੋ ਜਾਵੇ, ਚਾਹੇ ਉਹ ਹਿੰਦੁਸਤਾਨ ਦਾ ਹੈ ਚਾਹੇ ਉਹ ਅਮਰੀਕਾ ਦਾ ਹੈ, ਅਸੀਂ ਸਾਰੇ ਉਸ ਨੂੰ ਐਵੇਂ ਕਹਿੰਦੇ ਹਾਂ। ਹੁਣ ਕਹਿਣ ਲੱਗੇ ਜਦੋਂ ਇਹ ਉੱਪਰ ਗਏ ਹੀ ਨਹੀਂ ਗਏ, ਇਹਨਾਂ ਨੂੰ ਜੁਗਵੀਸ਼ਰਾਂ ਨੂੰ ਜਾਂ ਵਦਾਂਤੀਆਂ ਨੂੰ ਪਤਾ ਹੀ ਨਹੀਂਗਾ, ਔਰ ਜੋ ਸੰਤ ਬਿਆਨ ਕਰਦੇ ਆ ਇਹ ਉੱਪਰਲਾ ਬਿਆਨ ਕਰਦੇ ਹੈ। ਗੁਰੂ ਨਾਨਕ ਦੇ ਨਾਲ ਯੋਗੀਆਂ ਨੇ, ਸਿੱਧਾਂ ਨੇ ਬਹੁਤ ਸਾਰੀਆਂ ਗੋਸ਼ਟਾਂ ਕੀਤੀਆਂ, ਕਿਉਂਕਿ ਪਹਿਲਾਂ ਤਾਂ ਉਹਨਾਂ ਨੂੰ ਇਹ ਹੰਕਾਰ ਸੀ ਕਿ ਇਹ ਛੋਟੀ ਉਮਰ ਦਾ ਹੈ, ਸਾਡੀਆਂ ਬਹੁਤ ਲੰਮੀਆਂ ਉਮਰਾਂ ਹਨ। ਲੇਕਿਨ ਜਿਹੜੇ ਥੱਲੇ ਵਾਲੇ ਮੰਡਲਾਂ ਦੇ ਵਿੱਚ ਪਹੁੰਚੇ ਹੁੰਦੇ ਆ ਉਹ ਕਰਾਮਾਤ ਜ਼ਰੂਰ ਦਿਖਾਉਂਦੇ ਆ, ਕਿਉਂਕਿ ਮੇਰਾ ਆਪਣਾ ਜਾਤੀ ਵੀ ਤਜਰਬਾ ਹੈ। ਮੈਂ ਵੀ ਇਹ ਕੰਮ ਜਦੋਂ ਬਾਬਾ ਬਿਸ਼ਨ ਦਾਸ ਦਾ ਮੇਰੇ ਕੋਲ 2 ਸ਼ਬਦ ਦਾ ਪੇਜ ਸੀ, ਖੁਦ ਕਰਦਾ ਰਿਹਾ ਹਾਂ। ਉਹਨਾਂ ਨੂੰ ਇਹ ਸੀ ਕਿ ਅਗਰ ਤੂੰ ਇੰਨਾ ਕੁਝ ਬਿਆਨ ਕਰਦਾ ਹੈ ਕੋਈ ਕਰਾਮਾਤ ਦਿਖਾ। ਆਖਰ ਜਦ ਅਚਲ ਬਟਾਲੇ ਦੇ ਅੰਦਰ ਇਹਨਾਂ ਦੀ ਗੋਸ਼ਟ ਹੋਈ, ਯੋਗੀਆਂ ਨੇ ਅਸਮਾਨ ਦੇ ਵਿੱਚ ਉੱਡਣਾ ਸ਼ੁਰੂ ਕਰ ਦਿੱਤਾ ਔਰ ਅੱਗ ਬਰਸਾਉਣੀ ਸ਼ੁਰੂ ਕਰ ਦਿੱਤੀ। ਜਿਹੜੀ ਸੰਗਤ ਸੀ ਗੁਰੂ ਨਾਨਕ ਦੇ ਕੋਲੇ ਸਤਸੰਗ ਸੁਣ ਰਹੀ, ਔਰ ਇਹ ਕਾਰਾ ਉਸ ਵਕਤ ਦੇ ਵਿੱਚ ਉਹਨਾਂ ਨੇ ਵਰਤਾਇਆ ਸੀਗਾ, ਔਰ ਸੰਗਤ ਸਾਰੀ ਡਰ ਗਈ ਕਿ ਮਹਾਰਾਜ ਜੀ ਯੋਗੀ ਤਾਂ ਸਭ ਨੂੰ ਸਾੜ ਦੇਣਗੇ, ਸਭ ਦਾ ਨੁਕਸਾਨ ਕਰ ਦੇਣਗੇ, ਔਰ ਤੁਸੀਂ ਇਹਨਾਂ ਨੂੰ ਗੁਰੂ ਧਾਰਨ ਕਰ ਲਓ। ਉਹ ਕਹਿਣ ਲੱਗੇ ਬਈ ਤੁਸੀਂ ਦੇਖੋ ਤਾਂ ਸੀ ਉਸ ਭਗਵਾਨ ਦੇ ਕੀ ਰੰਗ ਹੈ। ਹਾਲਾਂਕਿ ਸੰਤ ਰਿੱਧੀ ਸਿੱਧੀ ਨਹੀਂ ਦਿਖਾਉਂਦੇਗੇ, ਲੇਕਿਨ ਸੰਤਾਂ ਨੂੰ ਖੁਸ਼ ਕਰਨ ਦੀ ਮਾਰੀ ਇਹ ਜ਼ਰੂਰ ਆਪਣੇ ਆਪ ਹੀ ਕਈ ਐਸੇ ਕੌਤਕ ਹੋ ਜਾਂਦੇ ਹੈ। ਸੰਤਾਂ ਦੇ ਦਰਬਾਰ ਵਿੱਚ ਤੁਹਾਨੂੰ ਆਮ ਸਤਸੰਗੀ ਮਿਲ ਜਾਣਗੇ ਜਿਹੜੇ ਇਹ ਕਹਿਣਗੇ ਜੀ ਸਾਡਾ ਫਲਾਣੇ ਟਾਈਮ ਇਹ ਕੰਮ ਦੇ ਵਿੱਚ ਮਦਦ ਹੋਈ, ਇਹ ਕੰਮ ਦੀ ਮਦਦ ਹੋਈ। ਗੁਰੂ ਨਾਨਕ ਸਾਹਿਬ ਨੇ ਸਤ ਕਰਤਾਰ ਕਹਿ ਕੇ ਇੱਕ ਖੜਾਮ ਛੱਡੀ, ਔਰ ਯੋਗੀਆਂ ਦੇ ਪਛਣੇ ਦੇ ਨਾਲ ਖੂਬ ਸਿਰ ਮਨਾਏ ਹੋਏ ਸਨ, ਔਰ ਉਹ ਖੜਾਮ ਹਰ ਇੱਕ ਦੇ ਸਿਰ ਦੇ ਵਿੱਚ ਵੱਜ ਰਹੀ ਸੀਗੀ, ਔਰ ਯੋਗੀ ਡਰਦੇ ਮਾਰੇ ਥੱਲੇ ਉਤਰ ਆਏ, ਮੁੜ ਕੇ ਹਰਕਤ ਨਹੀਂ ਕੀਤੀ ਔਰ ਮਾਫੀ ਮੰਗ ਕੇ ਚਲੇ ਗਏ। हाँ। आगे का कोई भेद न जाने, तीन कमल सो संत बखाने। कोई 6 तक कोई 9 तक पाखे, सर्व मते इन पीतर थाके। ਹੁਣ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਕੋਈ ਤਾਂ ਤਿਰਕੁਟੀ ਤੱਕ ਬਿਆਨ ਕਰਦੇ, ਅੱਜ ਕੱਲ ਦੇ ਮਤ ਵੱਧ ਤੋਂ ਵੱਧ 10ਵੇਂ ਦੁਆਰ ਤੱਕ ਬਿਆਨ ਕਰਦੇ ਹਨ। ਇਦੋਂ ਉੱਪਰ ਜਦੋਂ ਗਏ ਨਹੀਂ ਕੀ ਬਿਆਨ ਕਰਨ, ਕਹਿਣ ਲੱਗੇ ਜਿਤਨੀ ਮਜ਼ਹਬਾਂ ਦੀ ਥਿਉਰੀ ਹੈ ਇਹ ਇੱਥੋਂ ਤੱਕ ਹੀ ਉਦਾਰਤ ਹੈ, ਇਦੋਂ ਅੱਗੇ ਉਹ ਗਏ ਨਹੀਂ ਔਰ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂਗਾ।
कोई छे तक कोई नौ तक भाखे, सर्वमते इन पीतर थाके। बड़ा संत मत सब से आगे, संत कृपा से कोई कोई जागे। आप कहने लगे कि साढ़े राजस्थान की कहावत है कि हाथी के पांव में सबके पांव। कहने लगे कि संत मत सबसे बड़ा है, सब तो अगे है, लेकिन संत महात्मा ਜਿਹਦੇ ਤੇ ਕਿਰਪਾ ਕਰਨ ਇਹ ਉਸੇ ਨੂੰ ਹੀ ਸਮਝਾ ਸਕਦੀ ਹੈ। ਅੰਦਰ ਜਾਣ ਵਾਸਤੇ ਪੜ੍ਹੇ ਜਾਂ ਅਣਪੜ੍ਹ ਦਾ ਕੋਈ ਫਰਕ ਨਹੀਂ ਪੈਂਦਾਗਾ, ਕੋਈ ਉਮਰ ਦਾ ਫਰਕ ਨਹੀਂ ਪੈਂਦਾਗਾ। ਸਿਰਫ ਸਾਡਾ ਪਿਆਰ, ਬਿਰੇ, ਤੜਫ, ਮਿਹਨਤ, ਇਹ ਆਸ਼ਕੀ ਦਾ ਸਵਾਲ ਹੈ। ਬੇਸ਼ੱਕ ਸੰਤਾਂ ਨੂੰ ਬਾਹਰੀ ਦੁਨਿਆਵੀ ਇਲਮ ਦਾ ਘੱਟ ਹੀ ਉਹਨਾਂ ਨੇ ਪ੍ਰਾਪਤ ਕੀਤਾ ਹੋਵੇ, ਲੇਕਿਨ ਅੰਦਰੋਂ ਉਹ ਪੂਰੇ ਸੁਚੇਤ ਹੁੰਦੇ ਹੈ। ਸਾਰੀਆਂ ਵਿਦਿਆ ਦਾ ਕੇਂਦਰ ਉਹਨਾਂ ਦੇ ਅੰਦਰ ਜਾਗਿਆ ਹੁੰਦਾ ਹੈ। ਮੈਂ ਦੱਸਦਾ ਹੁੰਦਾ ਹੈ ਕਿ ਕਿਸੇ ਵੀ ਜਵਾਨ ਵਿੱਚ ਸੰਤਾਂ ਨੂੰ ਗੱਲ ਕਰ ਲੈਣੀ ਕੋਈ ਖਾਸ ਮੁਸ਼ਕਿਲ ਨਹੀਂ ਹੁੰਦੀਗੀ, ਕਿਉਂਕਿ ਉਹ ਸਰਵ ਸ਼ਕਤੀਮਾਨ ਹੁੰਦੇ ਹੈ, ਲੇਕਿਨ ਐਸੀ ਉਹ ਕਰਾਮਾਤ ਬਿਲਕੁਲ ਨਹੀਂ ਦਿਖਾਉਂਦੇ ਗੇ। ਜਿੱਥੇ ਸ਼ਬਦ ਔਰ ਆਤਮਾ ਦੀ ਬਾਤ ਹੁੰਦੀ ਹੈ ਉੱਥੇ ਬੜੀ ਆਸਾਨੀ ਨਾਲ ਹੀ ਬਾਤ ਹੋ ਜਾਂਦੀ ਹੈ। ਔਰ ਮੈਂ ਸ਼ੁਰੂ ਦੇ ਵਿੱਚ ਵੀ ਕਿਹਾ ਸੀਗਾ ਕਿ ਜਵਾਨ ਦਾ ਕੋਈ ਘਬਰਾਉਣ ਦੀ ਲੋੜ ਨਹੀਂ ਗੀ। ਜਿੱਥੇ ਤੁਹਾਡੀ ਆਤਮਾ ਦੀ ਔਰ ਸ਼ਬਦ ਦੀ ਬਾਤ ਹੋਣੀ ਹੈ ਉੱਥੇ ਕਿਸੇ ਟਰਾਂਸਲੇਟਰ ਪੱਪੂ ਦੀ ਲੋੜ ਨਹੀਂ ਪਏਗੀ। और ये सच्चाई तुहाडे सब दे सामने है और पप्पू दे भी सामने ये सच्चाई है, क्योंकि ट्रांसलेटर है। पहले इहदे कोले गल आउंदी है, बाद में दुनियावी गल मेरे कोले आउंदी है। सैकड़े आदमी इहदे कोले आके कहिंदे है कि बाबा जी ने फलाने टाइम साडे नाल बात करी, फलाने टाइम सानू ये गल कही। हुण तुसीं सोच के देख लो, उत्थे तां ओह ये नहीं कहिंदे कि उत्थे पप्पू ने ट्रांसलेटर दा काम कीता, लेकिन ओह कहिंदे साडे नाल इस तरह बात हुई, इस तरह तुसीं सानू दस्सिया। ਇਹ ਸੱਚਾਈ ਦੀ ਗਵਾਹੀ ਜਿਹੜੀ ਹੈ ਤੁਹਾਡੇ ਅਨੇਕਾਂ ਪੱਤਰ ਦੇ ਰਹੇ ਹੈ ਔਰ ਇੰਟਰਵਿਊ ਦੇ ਵਿੱਚ ਅਨੇਕਾਂ ਹੀ ਪ੍ਰੇਮੀ ਆ ਕੇ ਬਤਾ ਰਹੇ ਹੈ। ਬੜਾ ਸੰਤ ਮਤ ਸਭ ਸੇ ਆਗੇ, ਸੰਤ ਕਿਰਪਾ ਸੇ ਕੋਈ ਕੋਈ ਜਾਗੇ। ਜੋ ਪਹੁੰਚੇ द्वादश स्थान, सोई कहिए संत सजाना। स्वामी जी महाराज आपदे सेवक नूं बड़े प्यार नाल समझा रहे हैं कि देख बच्चा, जिहड़ा 10वें कमल सचखंड दे विच पहुंच जावे अपनी मेहनत और गुरु दी दया नाल ओही संत कहा सकदा है। जो पहुंचे द्वादश स्थान, सोई कहिए संत सजाना। संतन का मत सबसे ऊंचा, जो परखे सोई तुर पहुंचा। स्वामी जी महाराज कहते कि संतां दा मत सब तो उच्चा है और जेड़ा कोई अंदर जावे उही इस दी परख कर सकता है। संत ये नहीं कहते कि तुसी अंदर ना जाओ, बल्कि वो तो सानू हर टाइम ये समझाउंदे है कि तुसी मेहनत करके अंदर जाओ, सच्चाई नू खुद अखां दे नाल देखो जो असी दस रहे हैं। संतन का मत सबसे ऊंचा, जो परखे सोई तुर पहुंचा। पहुंचे की क्या करूं बड़ाई, सब मत उसके नीचे आए। स्वामी जी महाराज कहते कि जेड़ा उथे सचखंड दे विच पहुंच जाता है, मैं उहदी की महिमा या वडियाई कर सकदा हां, सारे मत इदू थले थले रह जाते हैं। पहुंचे की क्या करूं बड़ाई, सब मत उसके नीचे आए। जो मन में परती
न देखो, तो कबीर गुरबानी पेखो। ਮੈਂ ਦੱਸਿਆ ਸੀਗਾ ਪਰਸੋਂ ਦੇ ਸਤਸੰਗ ਦੇ ਅੰਦਰ ਕਿ ਸੰਤ ਮਹਾਤਮਾ ਕਿਸੇ ਗ੍ਰੰਥ ਪੁਸਤਕ ਦੇ ਸਹਾਰੇ ਆਪਣਾ ਮਿਸ਼ਨ ਨਹੀਂ ਚਲਾਉਂਦੇਗੇ। ਉਹਨਾਂ ਦਾ ਮਿਸ਼ਨ ਆਪਣੇ ਤਜਰਬੇ ਦੇ ਆਧਾਰ ਉੱਤੇ ਹੁੰਦਾ ਹੈ, ਪਰਮਾਤਮਾ ਦੀ ਦਇਆ ਨਾਲ ਚੱਲਦਾ ਹੈ। ਪਿਛਲੇ ਮਹਾਤਮਾ ਦੀ ਬਾਣੀ ਤਾਂ ਸਿਰਫ ਉਹ ਅਗਵਾਹੀ ਦੇ ਤੌਰ ਦੇ ਉੱਤੇ ਪੇਸ਼ ਕਰਦੇ ਹੈ। ਹੁਣ ਆਪਣੇ ਸ਼ਿਸ਼ ਨੂੰ ਕਹਿੰਦੇ ਆ ਕਿ ਦੇਖ ਬੱਚਾ, ਅਗਰ ਜੇ ਤੇਰੇ ਮਨ ਦੇ ਵਿੱਚ ਪ੍ਰਤੀਤ ਨਹੀਂ ਤਾਂ ਤੂੰ ਗੁਰੂ ਨਾਨਕ ਦੀ ਜਾਂ ਕਬੀਰ ਦੀ ਬਾਣੀ ਪੜ੍ਹ ਕੇ ਦੇਖ, ਉਹਨਾਂ ਦੀ ਬਾਣੀ ਦੇ ਵਿੱਚੋਂ ਇਹ ਸਹੀ ਜੋ ਮੈਂ ਬਿਆਨ ਕਰਦਾ ਤੈਨੂੰ ਮਿਲੇਗਾ। ਜੋ ਮਨ में प्रतीत न देखो, तो कबीर गुरबानी पेखो। तुलसी साहिब का मत जोई, पलटू जग जीवन कहे सोई। ਕਹਿੰਦੇ ਤੁਲਸੀ ਸਾਹਿਬ ਨੇ ਵੀ ਇਹੀ ਕੁਝ ਬਿਆਨ ਕੀਤਾ ਹੈ ਜੋ ਮੈਂ ਬਿਆਨ ਕਰ ਰਿਹਾ ਹਾਂ, ਔਰ ਜਗਜੀਵਨ ਸਾਹਿਬ ਵੀ ਇਸੇ ਤਰ੍ਹਾਂ ਬਿਆਨ ਕਰਦੇ ਹੈ। तुलसी साहिब का मत जोई, पलटू जग जीवन कहे सोई। इन संतन का देव परमाना, इनकी बानी साख बखाना। ਹੁਣ ਕਹਿਣ ਲੱਗਿਆ ਕਿ ਪਲਟੂ ਸਾਹਿਬ, ਜਗਜੀਵਨ ਸਾਹਿਬ ਔਰ ਗੁਰੂ ਨਾਨਕ, ਕਬੀਰ ਸਾਹਿਬ, ਜਿਨ੍ਹਾਂ ਮਹਾਤਮਾ ਦਾ ਮੈਂ ਬਾਣੀ ਇਸ ਵਾਸਤੇ ਤੈਨੂੰ ਦੱਸੀ ਹੈ ਕਿ ਮੈਂ ਅਗਵਾਈ ਦੇ ਤੌਰ ਤੇ ਪੇਸ਼ ਕੀਤੀ ਹੈ। ਜੋ ਮੈਂ ਬਿਆਨ ਕੀਤਾ ਹੈ ਮੈਥੋਂ ਪਹਿਲਾਂ ਇਹਨਾਂ ਮਹਾਤਮਾ ਨੇ ਵੀ ਕੀਤਾ ਹੈ। इन संतन का देव परमाना, इनकी बानी साख बखाना। जोग ज्ञान मत इनहूं पाखा, पुन संतन मत ऊंचा राखा। ਕਹਿਣ ਲੱਗੇ ਕਿ ਇਹਨਾਂ ਮਹਾਤਮਾ ਨੇ ਕਮਾਈਆਂ ਕੀਤੀਆਂ, ਯੋਗ ਨੂੰ ਵੀ ਇਹ ਸਮਝਦੇ ਸਨ, ਯੋਗਾ ਅਭਿਆਸ ਵੀ ਇਹਨਾਂ ਨੇ ਕੀਤਾ, ਲੇਕਿਨ ਆਖਰੀ ਜੋ ਤਜਰਬਾ ਇਹਨਾਂ ਨੂੰ ਮਿਲਿਆ ਸੰਤ ਮਤ ਦਾ, ਇਸ ਵਾਸਤੇ ਉਹਨਾਂ ਨੇ ਸਾਰਿਆਂ ਮਤਾਂ ਦਾ ਬਿਆਨ ਕਰਕੇ, ਅਧਿਐਨ ਕਰਕੇ ਸੰਤ ਮਤ ਨੂੰ ਉੱਚਾ ਕਰਕੇ ਬਿਆਨ ਕੀਤਾ ਹੈ। जोग ज्ञान मत इनहूं पाखा, पुन संतन मत ऊंचा राखा। जोगी और वेदांती पाए, संतन मत पर पीत न लाए। स्वामी जी महाराज कहते योगी और वेदांती ਉਹ ਸੰਤ ਮਤ ਤੇ ਪ੍ਰਤੀਤ ਨਹੀਂ ਲਿਆਉਂਦੇ। ਕਿਉਂ ਨਹੀਂ ਲਿਆਉਂਦੇ? ਕਿ ਜਦੋਂ ਉੱਥੇ ਪਹੁੰਚੇ ਹੀ ਨਹੀਂ। ਇੱਕ ਆਦਮੀ ਜ਼ਮੀਨ ਤੇ ਖੜਾ ਹੈ, ਇੱਕ ਕੋਠੇ ਦੀ ਛੱਤ ਤੇ ਖੜਾ ਹੈ, ਜਿਹੜਾ ਉੱਪਰ ਛੱਤ ਤੇ ਗਿਆ ਹੀ ਨਹੀਂ, ਉਹਨੂੰ ਕੀ ਪਤਾ ਹੈ ਕਿ ਛੱਤ ਦੇ ਉੱਤੇ ਕੋਈ ਸਮਾਨ ਹੈ ਜਾਂ ਨਹੀਂ ਹੈ। ਦਾਦੂ ਸਾਹਿਬ ਵੀ ਕਹਿੰਦੇ ਹੈ, ਵੇਦ ਨਾ ਭੇਖ ਜਾਣਤ ਕੋਈ ਦੇ, ਵੇਦ ਨਾ ਭੇਦ ਭੇਖ ਨਾ ਜਾਣਤ ਕੋਈ ਦੇਤ ਨਾ ਹਾਮੀ। ਕਹਿਣ ਲੱਗੇ ਕਿ ਅਫਸੋਸ ਤਾਂ ਇਸ ਚੀਜ਼ ਦਾ ਹੈ ਕਿ ਵੇਦ ਜਿਹੜੇ ਹੈ ਉਹ ਦੂਸਰੀ ਮੰਜ਼ਿਲ ਤੱਕ ਹੀ ਬਿਆਨ ਕਰਦੇ ਹੈ, ਭੇਖ ਬਾਹਰ ਹੀ ਬਾਹਰ ਵਿਚਾਰੇ ਤੁਰੇ ਫਿਰਦੇ ਹੈ। ਇਹ ਵੀ ਨਹੀਂ ਲੋਕ ਕਹਿੰਦੇ ਕਿ ਦਾਦੂ ਜੋ ਕੁਝ ਤੂੰ ਕਹਿ ਰਿਹਾ ਸੱਚ ਕਹਿ ਰਿਹਾ ਹੈ। ਦਾਦੂ ਸਾਹਿਬ ਕਹਿੰਦੇ ਹੈ, ਦਾਦੂ ਦੇਖਿਆ ਦੀਦਾ ਸਭ ਕੋਈ ਕਹਿਤ ਸ਼ਨੀਦਾ। ਉਹ ਕਹਿਣ ਲੱਗੇ ਅਸੀਂ ਰੱਬ ਨੂੰ ਅੱਖਾਂ ਨਾਲ ਦੇਖਿਆ ਹੈ। ਲੋਕ ਸੁਣੇ ਸੁਣਾਏ ਰੱਬ ਦੀਆਂ ਗੱਲਾਂ ਕਰਦੇ ਹਨ, ਉਹ ਕਿਸ ਤਰ੍ਹਾਂ ਪ੍ਰਤੀਤ ਲਿਆ ਸਕਦੇ ਆ ਜਿਨ੍ਹਾਂ ਨੇ ਉਸ ਭਗਵਾਨ ਨੂੰ ਦੇਖਿਆ ਨਹੀਂ। जोगी और वेदांती पाई, संतन मत पर पीत न लाई। वेद कतेव न पहुँचे तहाई, थके बीच में रसते माही। ਕਹਿਣ ਲੱਗੇ ਕਿ ਵੇਦ ਕੀ ਕਤੇਬ ਕੀ ਯੋਗੀ ਕੀ ਗਿਆਨੀ ਸਭ ਹੀ ਰਸਤੇ ਦੇ ਵਿੱਚ ਥੱਕ ਕੇ ਬੈਠ ਗਏ ਹੈ, ਅੱਗੇ ਇਹ ਜਾ ਹੀ ਨਹੀਂ ਸਕੇ। ਕਿਉਂ ਨਹੀਂ ਗਏ? ਕਿ ਇਹਨਾਂ ਨੂੰ ਅੱਗੇ ਦਾ ਕੋਈ ਗੁਰੂ ਨਹੀਂ ਮਿਲਿਆ। वेद कतेव न पहुँचे तहाई, थके बीच में रसते माही।
बार बार कह कर समझाऊं, संतन का मत ऊंचा गाऊं। स्वामी जी महाराज कहते हैं कि मैं वार-वार इसे गल ते जोर दिना है कि सारे मतां चो अगर कोई उच्चा मत है तो वो संत मत है, क्योंकि इस दे अंदर घर बार नहीं छड्डना, बाल बच्चे नहीं छड्डणेगे, कोई लेवल नहीं बदलना, कोई समाज नहीं बदलनी की, सिर्फ ख्याल पवित्र रखने हैं, दसां नोहां दी किरत करके निर्वाह करना है। असीं बाल बच्चों दे विच रहिंदे होए अपनियां जिम्मेवारियां पूरियां करदे होए परमात्मा नूं पा सकदे हैं। बार बार कह कर समझाऊं, संतन का मत ऊंचा गाऊं। जो प्रतीत न लावे या की, जानो काल ग्रसी बुधिवा की। हुण स्वामी जी महाराज कहंदे है कि जेड़ा इन्हां सच्चियां सच्चाई दे उत्ते प्रतीत नहीं लिआउंदा, तुसीं समझो कि ओदी काल ने मत मारी हुई है, काल ने उस दी बुद्धि नूं दबाया होया है। जो प्रतीत न लावे या की, जानो काल ग्रसी बुधिवा की। वे कहा जाने मत संतन को, एक मिलावे कांच रतन को। आप कहने लगे ऐसे लोग की संतां दी मत नूं समझ सकदे है, की संतां नूं समझ सकदे है जेड़े लोग हीरे और कच नूं एक बराबर समझदे है। अगर जौहरी नूं लाल मिल जाता है वो कदर करता है, सिर ते रखता है। अगर कुम्हार नूं लाल मिल जाता है वो गधे दे गल विच पा दिंदा है, उस नूं ओदी कदर नहीं हुंदी। वे कहाँ जाने मत संतन को, एक मिलावे कांच रतन को। उनसे यह मत खोलना कहिए, सैन जनाए मोन गहरहिए। स्वामी जी महाराज कहते हैं कि जिन्हां दे दिल विच परमात्मा दी कदर नहीं, उन्हां नूं ये मत दसण दे विच की फायदा है। महाराज सावण सिंह भी कहंदे हुंदे सीगे कि जेड़ा रुपए दा कौडी दा वणज छड्ड के रुपए दा करन दे उत्ते खुश नहीं गा, उस नूं क्यों दसना है। मेरे पास बहुत सारे पढ़े लिखे पंडित आउंदे जांदे रहिंदे है, वो आपो अपने ग्रंथां दा हवाला दिंदे है। मेरे कोल इक्को ही बात हुंदी है, मैं कहना हुंदा देखो बई अगर कोई मुकम्मल ग्रंथ है, किताब है, वो इंसान दा शरीर है। जिन्हें 6 फुट ये ग्रंथ पढ़ लिया है, सारे इलम इसे ग्रंथ दे विचों निकले है। मैं अंदर जाना है, मैनूं शांति है। अगर जे तुहाडी समझ दे विच आउंदा है, तुसीं अंदर जाके फिर मेरे नाल गल कर लिओ, वो लाजवाब हो के तुर जांदे है। दोहा संत मतां सबसे बड़ा, यह निश्चय कर जान। सूफी और वेदांती दोनों नीचे मान। हुण स्वामी जी आपदे सेवक नूं कहंदे है कि देख भी बेटा, जो संतां दा मत है जेड़ा मैं तैनूं बयान कीता है, ये सब तो उच्चा मत है। सूफी वेदांती सारे ही थल्ले है। बेशक संतां दी नकल तां करदे है, लेकिन वो असली नहीं बन सकदेगे और उत्थे पहुंचे नहीं हुंदेगे। संत दिवाली नित करें, सत लोक के माही। और मते सब काल के, यूं ही तूर उड़ाई। और मते सब काल के, यूं ही तूर उड़ाई। हिंदुस्तान दे अंदर साल तो एक दिन आउंदा है जिसनूं दिवाली बोलदे है। वो दिवाली दा त्योहार रामचंद्र जी महाराज जदों अयोध्या दे विच वापस आए सन, 12 साल दा बनवास कट के
ਉਹਦੇ ਸਾਰੇ ਹਿੰਦੁਸਤਾਨ ਦੇ ਅੰਦਰ ਦੀਵੇ ਜਗਾਏ ਸਨ, ਰੋਸ਼ਨੀ ਕੀਤੀ ਸਨ। ਉਹ ਰਿਵਾਜ ਹੁਣ ਵੀ ਤੁਰਿਆ ਆਉਂਦਾ ਹੈ। ਲੇਕਿਨ ਇਸ ਸਾਲ ਤੋਂ ਤਿਉਹਾਰ ਆਉਂਦਾ ਹੈ। ਲੇਕਿਨ ਸਵਾਮੀ ਜੀ ਮਹਾਰਾਜ ਕਹਿੰਦੇ ਆ ਸੰਤ ਦਿਵਾਲੀ ਐਸੀ ਰੋਸ਼ਨੀ ਨਿੱਤ ਹੀ ਸਤਲੋਕ ਦੇ ਵਿੱਚ ਕਰਦੇ ਹੈ, ਕਿਉਂਕਿ ਉੱਥੇ ਦੀ ਮਹਿਮਾ ਬਿਆਨ ਨਹੀਂ ਕੀਤੀ ਜਾਂਦੀ ਰੋਸ਼ਨੀ ਦੀ, ਕਿ ਕਿਸ ਤਰ੍ਹਾਂ ਉੱਥੇ ਸੂਰਜ ਦੀਆਂ ਲਾਈਨਾਂ ਜਿਹੜੀਆਂ ਹੋਈਆਂ, ਕਿਸ ਤਰ੍ਹਾਂ ਚੰਦਰਮਾ ਦੀਆਂ, ਕਿਸ ਤਰ੍ਹਾਂ ਤਾਰਿਆਂ ਦੀਆਂ, ਔਰ ਕਿਸ ਤਰ੍ਹਾਂ ਉੱਥੋਂ ਦੀ ਧਰਤੀ ਸੁਨਹਿਰੀ ਜੋ ਕਿ ਦੇਖਣ ਦੇ ਹੀ ਕਾਬਲ ਹੁੰਦੀ ਹੈ। ਉਹ ਕਹਿਣ ਲੱਗੇ ਸੰਤ ਸਤਲੋਕ ਦੇ ਵਿੱਚ ਨਿੱਤ ਦਿਵਾਲੀ ਕਰਦੇ ਹੈ। ਦੂਜੇ ਜਿਤਨੇ ਵੀ ਮਤ ਹੈ ਉਹ ਸਾਰੇ ਕਾਲਦੇ ਹੈ, ਇਉਂ ਹੀ ਧੂੜ ਉਡਾਏ, ਐਵੇਂ ਧੂੜ ਉਡਾਉਂਦੇ ਆ ਜਿਵੇਂ ਅੰਨੇ ਧੂੜ ਉਡਾਉਂਦੇ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਉੱਤੇ ਪੈਂਦੀ ਹੈ। ਉਹ ਲੋਕ ਮਨ ਦੇ ਮਗਰ ਲੱਗ ਕੇ ਕਾਲ ਦੀ ਭਗਤੀ ਕਰਦੇ ਹੈ, ਆਖਰ ਕਾਲ ਉਹਨਾਂ ਨੂੰ ਹੀ ਖਾ ਲੈਂਦਾ ਹੈ।